हाँ जी फ्रेंड्स, ਅੱਜ ਆਪਾਂ ਜੀਨ ਪਿਆਜੇ ਦੀ ਥਿਅਰੀ ਕਰਾਂਗੇ। ਪਾਰਟ 2 ਹੈ ਇਹ। ਇਸ ਵਿੱਚ ਆਪਾਂ ਬੇਸਿਕ ਕੰਪੋਨੈਂਟਸ ਯਾਨੀ ਕਿ ਮੂਲ ਤੱਤ ਜਿਹੜੇ ਨੇ ਜੀਨ ਪਿਆਜੇ ਨੇ ਜਿਹੜੇ ਦਿੱਤੇ ਨੇ ਉਹ ਕਰਾਂਗੇ ਕਵਰ। ਸਟੇਜਿਸ ਆਪਾਂ ਨੈਕਸਟ ਪਾਰਟ ਵਿੱਚ ਕਰਾਂਗੇ। ਚਲਦੇ ਹਾਂ ਨੈਕਸਟ ਸਲਾਈਡ 'ਚ। ਜੀਨ ਪਿਆਜੇ ਦੀ ਥਿਅਰੀ ਦਾ ਨਾਮ ਹੈ ਜੀ ਕੋਗਨੀਟਿਵ ਡਿਵੈਲਪਮੈਂਟ ਥਿਅਰੀ, ਯਾਨੀ ਕਿ ਸੰਗਿਆਨਾਤਮਕ ਵਿਕਾਸ ਦੀ ਥਿਅਰੀ ਹੈ ਇਹ। ਹਾਂਜੀ, ਸਭ ਤੋਂ ਪਹਿਲੇ ਹੈ ਬੇਸਿਕ ਕੰਪੋਨੈਂਟਸ ਯਾਨੀ ਕਿ ਜਿਹੜੇ ਮੂਲ ਤੱਤਵ ਉਹਨਾਂ ਨੇ ਦਿੱਤੇ ਨੇ। ਮੂਲ ਤੱਤ ਨੇ ਸਕੀਮਾ। ਸਭ ਤੋਂ ਪਹਿਲੇ ਆਂਦਾ ਹੈ ਸਕੀਮਾ, ਜਿਹਦਾ ਮਤਲਬ ਹੈ ਬਿਲਡਿੰਗ ਬਲੌਕਸ ਆਫ ਨੌਲੇਜ। ਦੂਸਰਾ ਹੈ ਜੀ ਪ੍ਰੋਸੈਸ 'ਚ ਸਾਡਾ ਆਂਦਾ ਹੈ ਇਕੁਇਲਿਬਰਮ, ਅਸਿਮੀਲੇਸ਼ਨ, ਐਕੋਮੋਡੇਸ਼ਨ। ਤੀਜੇ ਨੰਬਰ 'ਤੇ ਆਉਂਦੀਆਂ ਜੀ ਸਟੇਜਿਸ ਆਫ ਡਿਵੈਲਪਮੈਂਟ, ਜਿਹਨੂੰ ਆਪਾਂ ਨੈਕਸਟ ਪਾਰਟ ਵਿੱਚ ਕਵਰ ਕਰਾਂਗੇ। ਸਭ ਤੋਂ ਪਹਿਲੇ ਮੈਂ ਤੁਹਾਨੂੰ ਸਕੀਮਾ ਸਮਝਾ ਦੇਵਾਂਗੀ, ਫਿਰ ਉਸ ਤੋਂ ਬਾਅਦ ਉਹਦੇ ਨੋਟਸ ਜਿਹੜੇ ਨੇ ਤੁਸੀਂ ਪੀਪੀਟੀ ਤੋਂ ਹੀ ਤਿਆਰ ਕਰਨੇ ਆ, ਉਹ ਪੰਜਾਬੀ ਵਿੱਚ ਹੋਣਗੇ। ਸਕੀਮਾ ਸਭ ਤੋਂ ਪਹਿਲੇ ਕੋਗਨੀਸ਼ਨ 'ਚ ਦੇਖੋ। ਕੋਗਨੀਸ਼ਨ ਮਤਲਬ ਸਾਡਾ ਸੰਗਿਆਨ, ਦਿਮਾਗ 'ਚ ਜਿਹੜੀ ਸਟੋਰ ਕਰਨ ਦੀ, ਯਾਦ ਰੱਖਣ ਦੀ ਜਿਹੜੀ ਸ਼ਕਤੀ ਹੈ, ਬੌਧਿਕ ਸ਼ਕਤੀ, ਉਸ ਨੂੰ ਸਕੀਮਾ, ਉਸ ਨੂੰ ਕੋਗਨੀਸ਼ਨ ਕਹਿੰਦੇ ਹਾਂ ਆਪਾਂ। ਸਾਡੀ ਜਿਹੜੀ ਸੰਗਿਆਨ ਹੈ, ਮੈਮੋਰਾਈਜ਼ ਕਰਨ ਦੀ, ਯਾਦ ਕਰਨ ਦੀ, ਕਿਸੇ ਚੀਜ਼ ਨੂੰ ਦਿਮਾਗ 'ਚ ਰੱਖਣ ਦੀ ਸ਼ਕਤੀ। ਉਸ ਤੋਂ ਬਾਅਦ ਆਉਂਦਾ ਜੀ ਸਾਡੇ ਕੋਲ ਸਕੀਮਾ। ਸਭ ਤੋਂ ਪਹਿਲੀ ਚੀਜ਼ ਹੈ ਸਕੀਮਾ ਦਾ ਮਤਲਬ ਹੈ ਕੋਈ ਵੀ ਬਿਲਡਿੰਗ ਬਲੌਕਸ ਆਫ ਨੌਲੇਜ। ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਬਿਲਡ ਕਰਨਾ ਬਲੌਕਸ ਆਫ ਨੌਲੇਜ, ਯਾਨੀ ਕਿ ਨੌਲੇਜ ਦੇ ਬਲੌਕਸ ਨੂੰ ਬਣਾਉਣਾ। ਸਾਡਾ ਦਿਮਾਗ ਜਦੋਂ ਵੀ ਕੋਈ ਨਵੀਂ ਪਰਿਸਥਿਤੀ ਜਾਂ ਕਿਸੇ ਵੀ ਨਵੀਂ ਸਿਚੁਏਸ਼ਨ 'ਚੋਂ ਲੰਘਦਾ ਹੈ ਜਾਂ ਕੋਈ ਨਵੀਂ ਚੀਜ਼ ਦੇਖਦਾ ਹੈ, ਤਾਂ ਇੱਕ ਬੱਚੇ ਦਾ ਦਿਮਾਗ ਨੌਲੇਜ ਨੂੰ ਸਟੋਰ ਕਰ ਲੈਂਦਾ ਹੈ। ਉਸ ਸਟੋਰੇਜ ਜਿਹੜੀ ਹੈ ਨੌਲੇਜ ਦੀ, ਜਿਹੜੀ ਹੁੰਦੀ ਆ, ਉਹ ਬਲੌਕਸ ਵਿੱਚ ਹੁੰਦੀ ਹੈ, ਯਾਨੀ ਕਿ ਯੂਨਿਟ ਵਾਈਜ਼ ਉਹਨੂੰ ਸਟੋਰ ਕਰਦਾ ਹੈ ਦਿਮਾਗ 'ਚ, ਜਿਸ ਨੂੰ ਆਪਾਂ ਸਕੀਮਾ, ਯਾਨੀ ਕਿ ਪਿਆਜੇ ਨੇ ਜਿਸ ਨੂੰ ਸਕੀਮਾ ਦਾ ਨਾਮ ਦਿੱਤਾ ਹੈ। ਜਿਹੜੀ ਨੌਲੇਜ ਉਹ ਦੇਖ ਕੇ ਆਪਣੇ ਦਿਮਾਗ 'ਚ ਸਟੋਰ ਕਰਦਾ ਹੈ, ਉਹਨੂੰ ਸਟੋਰ ਕਰਨ ਲਈ ਉਹ ਬਲੌਕਸ ਦਾ ਯੂਜ਼ ਕਰਦਾ ਹੈ, ਅਤੇ ਉਸ ਬਲੌਕਸ ਨੂੰ ਹਰ ਚੀਜ਼ ਦਾ ਸਕੀਮਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਬੋਲਾਂਗੀ ਅਗਰ ਐਪਲ, ਤਾਂ ਤੁਹਾਡੇ ਦਿਮਾਗ 'ਚ ਐਪਲ ਦੀ ਇਮੇਜ ਬਣ ਜਾਏਗੀ। ਇਹਦਾ ਮਤਲਬ ਤੁਸੀਂ ਐਪਲ ਨੂੰ ਸਕੀਮਾ ਦੇ ਤੌਰ 'ਤੇ ਦਿਮਾਗ 'ਚ ਸੇਵ ਕਰ ਰੱਖਿਆ ਹੈ, ਅਤੇ ਇਸੇ ਨੂੰ ਆਪਾਂ ਬਲੌਕ ਦੇ ਤੌਰ 'ਤੇ ਦਿਮਾਗ 'ਚ ਸਟੋਰ ਕਰ ਰੱਖਿਆ, ਇਸ ਨੂੰ ਆਪਾਂ ਬੋਲਾਂਗੇ ਸਕੀਮਾ। ਜਿਸ ਤਰ੍ਹਾਂ ਇੱਕ ਬੱਚਾ, ਤੁਸੀਂ ਇੱਥੇ ਦੇਖ ਸਕਦੇ ਹੋ, ਇਹ ਸਿਰਫ ਐਗਜ਼ਾਮਪਲ ਹੈ, ਇਸ ਤੋਂ ਤੁਸੀਂ ਸਮਝ ਸਕਦੇ ਹੋ। ਨੋਟਸ ਲਈ ਤੁਸੀਂ ਅੱਗੇ ਥਿਅਰੀ ਦੇਖ ਪਾਓਗੇ। ਦੇਖੋ, ਸਭ ਤੋਂ ਪਹਿਲੇ ਸਕੀਮਾ ਕਿੱਦਾਂ ਤਿਆਰ ਹੁੰਦਾ ਹੈ। ਬੱਚੇ ਨੇ ਇੱਕ ਬਿੱਲੀ ਦਾ ਬੱਚਾ ਦੇਖਿਆ, ਉਸ ਇੱਕ ਬਿੱਲੀ ਦੇਖੀ, ਉਸ ਨੂੰ ਉਹਨੇ ਕਿਹਾ ਬॉय हैज़ ਲਰਨਡ ਸਕੀਮਾ ਆਫ ਕੈਟ। ਸਭ ਤੋਂ ਪਹਿਲੇ ਉਹਨੇ ਇੱਕ ਬਿੱਲੀ ਦੇਖੀ ਔਰ ਉਹਨੂੰ ਸਿਖਾਇਆ ਗਿਆ ਕਿ ਇਹ ਇੱਕ ਬਿੱਲੀ ਹੈ। ਉਹਨੂੰ ਬਿੱਲੀ ਦੀ ਪਹਿਚਾਣ ਹੋ ਗਈ ਕਿ ਬਿੱਲੀ ਦਾ ਕਲਰ ਯੈਲੋ ਹੈ, ਹਲਕੀ ਹਲਕੀ ਉੱਥੇ ਧਾਰੀਆਂ ਦਿਖ ਰਿਹਾ ਉਹ, ਔਰ ਉਹਦੇ ਫਰ ਹੈ, ਜਿਸ ਤਰ੍ਹਾਂ ਵਿੱਚ ਉਹਦੀ 4 ਲੈਗਸ ਹੈ, ਇਸ ਤਰ੍ਹਾਂ ਉਹਨੇ ਪੂਰਾ ਬਿੱਲੀ ਦਾ ਪੂਰਾ ਸਟਰਕਚਰ ਜਿਹੜਾ ਯਾਦ ਕਰ ਲਿਆ। ਇਸ ਤੋਂ ਬਾਅਦ ਬੱਚਾ ਜ਼ੂ ਜਾਂਦਾ ਹੈ ਆਪਣੀ ਸਿਸਟਰ ਨਾਲ। ਬॉय ਸੌ ਅ ਕਬ ਐਂਡ ਕਾਲਡ ਇਟ ਕੈਟ। ਸਿਸਟਰ ਸੈਡ ਨੋ, ਇਟਸ ਅ ਕਬ। ਦੇਖੋ, ਸਭ ਤੋਂ ਪਹਿਲੇ ਉਹ ਜਦੋਂ ਜ਼ੂ 'ਚ ਜਾਂਦਾ ਹੈ, ਸਭ ਤੋਂ ਪਹਿਲੇ ਉਹਨੇ ਜਦੋਂ ਕੈਟ ਦੇਖੀ ਤੇ ਉਹਦੇ ਦਿਮਾਗ 'ਚ ਯਾਦ ਹੋ ਗਿਆ ਕਿ ਇਹ ਇੱਕ ਕੈਟ ਹੈ ਜਿਹਦੇ ਫਰ ਹੈ। ਇਸ ਕਲਰ ਯਾਦ ਕਰ ਲਿਆ ਉਹਨੇ, ਉੱਤੇ ਫਰ ਲੱਗੇ ਹੋਏ ਨੇ, ਔਰ ਜੋ ਵੀ ਬਿੱਲੀ ਦੀਆਂ ਹਰਕਤਾਂ ਉਹਨੇ ਨੋਟ ਕੀਤੀਆਂ, ਉਹਨੂੰ ਪਤਾ ਲੱਗ ਗਿਆ ਕਿ ਇਹ ਕੈਟ ਹੈ। ਜਦੋਂ ਜ਼ੂ 'ਚ ਆਪਣੀ ਭੈਣ ਨਾਲ ਜਾਂਦਾ ਹੈ, ਤੇ ਉੱਥੇ ਇੱਕ ਉਹ ਬੱਚਾ ਦੇਖਦਾ ਹੈ ਜਿਹੜਾ ਕਿ ਸ਼ੇਰ ਦਾ ਬੱਚਾ ਕਬ ਹੈ। ਉਹਨੂੰ ਦੇਖ ਕੇ ਉਹਨੂੰ ਥੋੜ੍ਹਾ ਲੱਗਦਾ ਹੈ ਕਿ ਇਹ ਕੈਟ ਵਰਗਾ ਦਿਖ ਰਿਹਾ, ਅਤੇ ਉਹ ਉਸਨੂੰ ਵੀ ਕੈਟ ਬੋਲ ਦਿੰਦਾ ਹੈ, ਕਬ ਨੂੰ। ਦੇਖੋ, ਜਿਸ ਲਈ ਉਹਨੇ ਕਬ ਨੂੰ ਕੈਟ ਬੋਲਿਆ, ਤੇ ਯਾਨੀ ਕਿ ਉਹਨੇ ਅਸਿਮੀਲੇਸ਼ਨ ਕੀਤਾ ਹੈ। ਇਸ ਚੀਜ਼ ਨੂੰ ਆਪਾਂ ਬੋਲਾਂਗੇ ਅਸਿਮੀਲੇਸ਼ਨ। ਅਸਿਮੀਲੇਸ਼ਨ ਦਾ ਮਤਲਬ ਹੈ ਕੋਈ ਪੁਰਾਣਾ ਸਕੀਮਾ ਜਿਹੜਾ ਕਿ ਤੁਹਾਡੇ ਦਿਮਾਗ 'ਚ ਪਹਿਲਾਂ ਤੋਂ ਹੈ, ਉਸ ਨੂੰ ਨਵੀਂ ਇਨਫੋਰਮੇਸ਼ਨ 'ਤੇ, ਨਵੀਂ ਸਿਚੁਏਸ਼ਨ 'ਤੇ ਲਾਗੂ ਕਰ ਦੇਣਾ। ਇੰਟੀਗ੍ਰੇਟ ਯਾਨੀ ਕਿ ਪੁਰਾਣੇ ਸਕੀਮਾ ਨੂੰ ਨਵੀਂ ਸਿਚੁਏਸ਼ਨ 'ਚ ਬਸ ਅਪਲਾਈ ਕਰ ਦੇਣਾ, ਇੰਟੀਗ੍ਰੇਟ, ਉਹਨੂੰ ਜੋੜ ਦੇਣਾ ਉਹਦੇ ਨਾਲ। ਇੱਥੇ ਸਹੀ ਜਾਂ ਗਲਤ ਦੀ ਗੱਲ ਨਹੀਂ ਹੋ ਰਹੀ। ਜਿੱਦਾਂ ਉਹਨੇ ਕਬ ਨੂੰ ਕੈਟ ਬੋਲ ਦਿੱਤਾ ਹੈ ਸਿਚੁਏਸ਼ਨ 'ਚ, ਤੇ ਬੱਚੇ ਨੇ ਤੇ ਗਲਤ ਬੋਲਿਆ ਨਾ। ਗਲਤ ਸਹੀ ਦੀ ਗੱਲ ਨਹੀਂ ਕਰ ਸਕਦੇ ਆਪਾਂ, ਗਲਤ ਸਹੀ ਦੀ ਗੱਲ ਨਹੀਂ ਕਰ ਰਹੇ ਕਿ ਬੱਚੇ ਨੇ ਇਹਨੂੰ ਗਲਤ ਬੋਲਿਆ ਤੇ ਅਸੀਂ ਉਹਨੂੰ ਸਿਮੀਲੇਸ਼ਨ ਕਵਾਂਗੇ, ਨਹੀਂ। ਬੱਚੇ ਨੇ ਬਸ ਆਪਣੀ ਪੁਰਾਣੀ ਇਨਫੋਰਮੇਸ਼ਨ ਨੂੰ, ਪੁਰਾਣੇ ਸਕੀਮਾਂ ਨੂੰ ਇੱਕ ਨਵੀਂ ਸਿਚੁਏਸ਼ਨ 'ਚ ਇੱਕ ਨਵੀਂ ਚੀਜ਼ ਨਾਲ ਜੋੜ ਦਿੱਤਾ, ਬਸ। ਇਸ ਚੀਜ਼ ਨੂੰ ਆਪਾਂ ਬੋਲਾਂਗੇ ਅਸਿਮੀਲੇਸ਼ਨ। ਜਦੋਂ ਅੱਗੋਂ ਦੀ ਭੈਣ ਉਸਨੂੰ ਸਿਖਾਊਗੀ ਕਿ ਇਹ ਕਬ ਹੈ ਨਾ ਕਿ ਕੈਟ, ਕਿਉਂਕਿ ਇਹ ਇੱਕ ਸ਼ੇਰ ਦਾ ਬੱਚਾ ਹੈ, ਇਸ ਕਰਕੇ
ਕਬ ਹੈ ਨਾ ਕਿ ਕੈਟ। ਫਿਰ ਉਹਨੂੰ ਉਸਦਾ ਡਿਫਰੈਂਸ ਸਮਝਾਏਗੀ ਤਾਂ ਇਹ ਹੋ ਜਾਏਗਾ ਅਕੋਮੋਡੇਸ਼ਨ, ਯਾਨੀ ਕਿ ਉਹਨੂੰ ਦੋਨਾਂ ਦਾ ਡਿਫਰੈਂਸ ਕਲੀਅਰ ਹੋ ਗਿਆ ਔਰ ਪੁਰਾਣੇ ਸਕੀਮਾਂ 'ਚ ਉਹਨੇ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਕਰਕੇ ਇੱਕ ਨਵਾਂ ਸਕੀਮਾ ਤਿਆਰ ਕਰ ਲਿਆ, ਜਿਸ ਨੂੰ ਆਪਾਂ ਕੀ ਕਵਾਂਗੇ, ਇੱਕ ਨਵਾਂ ਸਕੀਮਾ ਤਿਆਰ ਹੋ ਗਿਆ। ਇਸ ਪੂਰੇ ਪ੍ਰੋਸੈਸ ਨੂੰ ਆਪਾਂ ਕੀ ਬੋਲਾਂਗੇ, ਅਕੋਮੋਡੇਸ਼ਨ। ਜਦੋਂ ਪੁਰਾਣੀ ਚੀਜ਼ 'ਚ ਫਿਟ ਨਾ ਹੋਣ ਕਰਕੇ ਉਸ 'ਚ ਚੇਂਜਿਸ ਕੀਤੇ ਜਾਂਦੇ ਨੇ ਸਕੀਮਾਂ 'ਚ, ਉਸ ਨਵੇਂ ਸਕੀਮ ਇੱਕ ਫਿਰ ਨਵਾਂ ਸਕੀਮਾ ਤਿਆਰ ਹੁੰਦਾ ਹੈ, ਉਸ ਨੂੰ ਅਕੋਮੋਡੇਸ਼ਨ ਕਿਹਾ ਜਾਂਦਾ ਹੈ। ਨੈਕਸਟ ਆਪਾਂ ਚੱਲਦੇ ਹਾਂ, ਹੋਰ ਵਧੀਆ ਤਰੀਕੇ ਨਾਲ ਸਮਝਾਂਗੇ। ਸਭ ਤੋਂ ਪਹਿਲੇ ਹੈ ਸਕੀਮਾ। ਇੱਥੇ ਵੀ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ, ਬਿਲਡਿੰਗ ਬਲੋਕਸ ਆਫ ਨੌਲੇਜ। ਐਗਜ਼ਾਮਪਲਸ ਤੁਹਾਨੂੰ ਬਹੁਤ ਸਾਰੀਆਂ ਮਿਲਣਗੀਆਂ ਇਸ ਪੀਪੀਟੀ 'ਚ। ਦੇਖੋ ਸਭ ਤੋਂ ਪਹਿਲੇ ਕੀ ਹੈ, ਐਨਵਾਇਰਨਮੈਂਟ, ਯਾਨੀ ਕਿ ਬੱਚਾ ਆਪਣੇ ਪਰਿਆਵਰਨ ਆਸ-ਪਾਸ ਤੋਂ ਤੇ ਉਹਦਾ ਦਿਮਾਗ ਕੋਗਨੀਸ਼ਨ ਦੋਨੋਂ ਮਿਲ ਕੇ ਇੱਕ ਸਕੀਮਾ ਤਿਆਰ ਕਰਦੇ ਨੇ। ਐਨਵਾਇਰਨਮੈਂਟ ਔਰ ਕੋਗਨੀਸ਼ਨ ਬੱਚਾ ਦੇਖਦਾ ਰਹਿੰਦਾ ਆਪਣੇ ਐਨਵਾਇਰਨਮੈਂਟ 'ਚ, ਆਸ-ਪਾਸ 'ਚ, ਫਿਰ ਉਹ ਉੱਥੋਂ ਸਿੱਖਦਾ ਹੈ ਅਤੇ ਸਕੀਮਾ ਤਿਆਰ ਕਰਦਾ ਹੈ। ਦੇਖੋ ਇੱਥੇ ਬਰਡ 'ਚ ਐਨਵਾਇਰਨਮੈਂਟ 'ਚ ਉਹਨੇ ਬਰਡ ਨੂੰ ਦੇਖਿਆ ਔਰ ਉਹਦੇ ਦਿਮਾਗ ਨੇ ਆਪਣਾ ਸਟੋਰ ਕਰ ਲਿਆ ਸਕੀਮਾ ਕਿ ਇਹ ਇੱਕ ਬਰਡ ਹੈ, ਕਿਉਂਕਿ ਉਹਨੂੰ ਪੇਰੈਂਟਸ ਨੇ ਜਾਂ ਜੋ ਵੀ ਉਹਦੇ ਨਾਲ ਹੋਏਗਾ ਉਹਨੇ ਦੱਸਿਆ ਹੋਏਗਾ ਕਿ ਇਹ ਬਰਡ ਹੈ। ਉਸ ਤੋਂ ਬਾਅਦ ਕਿਆ ਤਾਂ ਉਹਦੇ ਦਿਮਾਗ 'ਚ ਕੋਗਨੀਟਿਵ ਇਕੁਲਿਬਰਮ ਆ ਗਿਆ। ਇਸ ਚੀਜ਼ ਨੂੰ ਜਿਹੜੀ ਸਟੋਰੇਜ ਕਰਨਾ, ਯਾਨੀ ਕਿ ਕੋਈ ਨਵੀਂ ਇਨਫੋਰਮੇਸ਼ਨ ਆਪਣੇ ਦਿਮਾਗ 'ਚ ਬਲੋਕ ਦੇ ਰੂਪ 'ਚ ਸੇਵ ਕਰ ਲੈਣਾ, ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਸਕੀਮਾ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਹੁਣ ਇੱਥੋਂ ਤੁਸੀਂ ਆਪਣੇ ਥਿਊਰੀ ਦੇ ਨੋਟਸ ਪ੍ਰੀਪੇਅਰ ਕਰ ਸਕਦੇ ਹੋ। ਚਾਹੋ ਤਾਂ ਉੱਪਰ ਵਾਲੀ ਐਗਜ਼ਾਮਪਲਸ ਨੂੰ ਵੀ ਸਟਿਕ ਫਿਗਰਸ ਦੀ ਹੈਲਪ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ ਆਪਣੇ ਪੇਪਰ 'ਚ। ਜਿੰਨੇ ਵਧੀਆ ਤਰੀਕੇ ਨਾਲ ਲਿਖੋਗੇ ਉਨੇ ਜ਼ਿਆਦਾ ਨੰਬਰ ਮਿਲਣਗੇ। ਤਾਂ ਦੇਖੋ ਸਭ ਤੋਂ ਪਹਿਲੇ ਰੂਪ ਰੇਖਾ ਜਾਂ ਨਕਸ਼ ਯੋਜਨਾ, ਖਾਕਾ ਤਿਆਰ ਕਰਨਾ, ਇਹ ਸਭ ਕਿਹਦੇ ਨਾਮ ਹੈ, ਸਕੀਮਾ ਦੇ ਨਾਮ ਹੈ ਜੀ। ਪਿਆਜੇ ਨੇ ਗਿਆਨ ਦੀ ਇੱਕ ਇਕਾਈ ਨੂੰ ਸਕੀਮਾ ਦਾ ਨਾਮ ਦਿੱਤਾ ਹੈ, ਜਿਹੜੇ ਸਾਡੇ ਵਿਵਹਾਰ ਨੂੰ ਦਿਸ਼ਾ ਦਿੰਦਾ ਹੈ। ਕਿਸੇ ਵੀ ਪ੍ਰਕਿਰਿਆ ਜਾਂ ਵਰਤਾਰੇ ਬਾਰੇ ਸਾਡੇ ਦਿਮਾਗ ਵਿੱਚ ਰੂਪ ਰੇਖਾ ਜਾਂ ਖਾਕਾ ਬਣਦਾ ਹੈ। ਉਦਾਹਰਨ ਵਜੋਂ ਇੱਕ ਵਿਅਕਤੀ ਜਦੋਂ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਂਦਾ ਹੈ ਤਾਂ ਉਸਦੇ ਦਿਮਾਗ ਵਿੱਚ ਸਕੀਮਾ ਵਰਤਾਓ ਦੇ ਪੈਟਰਨ ਦੇ ਰੂਪ ਵਿੱਚ ਸਟੋਰ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਇੱਕ ਬੰਦਾ ਰੈਸਟੋਰੈਂਟ 'ਚ ਜਾਂਦਾ ਹੈ, ਉਹਦੇ ਦਿਮਾਗ 'ਚ ਸਾਰਾ ਸਕੀਮਾ ਜਿਹੜਾ ਫਿੱਟ ਹੋ ਜਾਂਦਾ ਹੈ। ਕਿਹੜਾ ਸਕੀਮਾ ਉਹਦੇ ਦਿਮਾਗ 'ਚ ਫਿੱਟ ਹੁੰਦਾ ਹੈ, ਮੈਨਿਊ ਦੇਖਣਾ। ਸਭ ਤੋਂ ਪਹਿਲੇ ਉਹਨੇ ਮੈਨਿਊ ਦੇਖਿਆ ਹੋਏਗਾ, ਔਡਰ ਦਿੱਤਾ ਹੋਏਗਾ, ਭੋਜਨ ਖਾਣਾ, ਬਿੱਲ ਚੁਕਾਉਣਾ ਆਦਿ ਸ਼ਾਮਿਲ ਹੁੰਦੇ ਨੇ। ਇਹ ਸਾਰੀ ਜਿਹੜੀ ਇਨਫੋਰਮੇਸ਼ਨ ਉਹਦੇ ਦਿਮਾਗ 'ਚ ਬਲੌਕ ਦੇ ਰੂਪ ਵਿੱਚ ਸੇਵ ਹੋ ਜਾਂਦੀ ਹੈ। ਨੈਕਸਟ ਟਾਈਮ ਉਹ ਜਦੋਂ ਵੀ ਰੈਸਟੋਰੈਂਟ 'ਚ ਜਾਏਗਾ ਅਤੇ ਉੱਥੇ ਇਸੇ ਸਕੀਮਾ ਦਾ ਯੂਜ਼ ਕਰੇਗਾ। ਅਸੀਮੀਲੇਸ਼ਨ ਬੋਲਿਆ ਜਾਏਗਾ ਜਿਸ ਨੂੰ, ਹੈ ਨਾ, ਅਤੇ ਉਸ ਪ੍ਰੋਸੈਸ ਨੂੰ ਅਸੀਮੀਲੇਸ਼ਨ ਬੋਲਿਆ ਜਾਏਗਾ। ਇਹ ਇਨਫੋਰਮੇਸ਼ਨ ਜਿਹੜੀ ਉਹਦੇ ਦਿਮਾਗ 'ਚ ਹਮੇਸ਼ਾ ਲਈ ਸਟੋਰ ਰਹਿਣੀ ਹੈ, ਇਸ ਨੂੰ ਹੀ ਸਕੀਮਾ ਬੋਲਾਂਗੇ, ਜਿਹੜਾ ਕਿ ਉਹਦੇ ਵਿਵਹਾਰ ਨੂੰ ਦਿਸ਼ਾ ਦੇਗਾ। ਕਿਉਂ ਵਿਵਹਾਰ ਨੂੰ ਦਿਸ਼ਾ ਦੇਗਾ? ਕਿਉਂਕਿ ਸਾਨੂੰ ਪਤਾ ਹੈ ਨੈਕਸਟ ਟਾਈਮ ਜਦੋਂ ਵੀ ਉਹ ਰੈਸਟੋਰੈਂਟ 'ਚ ਜਾਏਗਾ ਅਤੇ ਉਹਨੇ ਇਸ ਚੀਜ਼ ਦਾ ਯੂਜ਼ ਕਰਨਾ ਹੀ ਕਰਨਾ ਹੈ। ਜਦ ਉਹ ਰੈਸਟੋਰੈਂਟ ਵਿੱਚ ਜਾਂਦਾ ਹੈ ਤਾਂ ਉਹ ਆਪਣੀ ਯਾਦ ਸ਼ਕਤੀ ਵਿੱਚੋਂ ਇਸ ਸਕੀਮਾ ਨੂੰ ਮੁੜ ਲੱਭ ਕੇ ਨਵੀਂ ਸਥਿਤੀ ਵਿੱਚ ਲਾਗੂ ਕਰਦਾ ਹੈ। ਜੇਕਰ ਸਥਿਤੀ ਸਕੀਮਾ ਦੇ ਅਨੁਕੂਲ ਹੋਵੇ ਤਾਂ ਵਿਅਕਤੀ ਮਾਨਸਿਕ ਸੰਤੁਲਨ, ਯਾਨੀ ਕਿ ਜਿਸ ਨੂੰ ਆਪਾਂ ਇਕੁਲਿਬਰਮ ਬੋਲਾਂਗੇ, ਦੀ ਦਸ਼ਾ ਵਿੱਚ ਰਹਿੰਦਾ ਹੈ। ਜੇਕਰ ਸਥਿਤੀ ਪ੍ਰਤੀਕੂਲ ਹੋਵੇ, ਯਾਨੀ ਕਿ ਜੇਕਰ ਸਥਿਤੀ ਉਹਦੇ ਫੇਵਰ 'ਚ ਨਹੀਂ ਨਿਕਲੀ, ਨੈਕਸਟ ਟਾਈਮ ਜੇਕਰ ਉਹ ਰੈਸਟੋਰੈਂਟ 'ਚ ਜਾਂਦਾ ਹੈ, ਉੱਥੇ ਬਫੇ ਸਿਸਟਮ ਨਿਕਲ ਆਉਂਦਾ, ਮੈਨਿਊ ਸਿਸਟਮ ਨਹੀਂ ਹੋਏਗਾ ਕਿ ਉਹਦੇ ਟੇਬਲ 'ਤੇ ਖਾਣਾ ਨਹੀਂ ਆਏਗਾ, ਉੱਥੇ ਬਫੇ ਸਿਸਟਮ ਹੈ। ਉਸਨੇ ਬਫੇ ਸਿਸਟਮ ਨਾਲੋਂ ਪਹਿਲੀ ਵਾਰ ਉਸ ਚੀਜ਼ ਨਾਲ ਇੰਟਰੋਡਿਊਸ ਹੋ ਰਿਹਾ ਹੈ, ਤਾਂ ਉਹਨੂੰ ਉਹਦਾ ਪੂਰਾ ਪ੍ਰੋਸੈਸ ਨਹੀਂ ਪਤਾ ਅਤੇ ਉਹ ਥੋੜ੍ਹਾ ਦੇਰ ਲਈ ਡਰ ਜਾਏਗਾ, ਯਾਨੀ ਕਿ ਉਹਦੇ ਮਨ 'ਚ ਡਿਸਇਕੁਲਿਬਰਮ ਆ ਜਾਏਗਾ। ਫਿਰ ਹੌਲੀ ਹੌਲੀ ਉਹਨੂੰ ਕੋਈ ਦੱਸੇਗਾ ਜਾਂ ਫਿਰ ਉਹਨੂੰ ਗਾਈਡ ਕੀਤਾ ਜਾਏਗਾ ਸਟਾਫ ਦੁਆਰਾ ਜਾਂ ਫਿਰ ਉੱਥੋਂ ਦੇ ਵੇਟਰਸ ਦੁਆਰਾ, ਤਾਂ ਫਿਰ ਉਹਨੂੰ ਉਸ ਬਾਰੇ ਵੀ ਪਤਾ ਲੱਗੇਗਾ। ਫਿਰ ਉਹ ਟੋਕਨ ਵਗੈਰਾ ਲੈ ਕੇ ਜੋ ਇਸ ਤਰ੍ਹਾਂ ਵੀ ਬਫੇ ਸਿਸਟਮ ਦਾ ਖੁਦ ਪਲੇਟ 'ਚ ਸਰਵ ਕਰੇਗਾ ਖੁਦ ਨੂੰ, ਔਰ ਇਸ ਤਰ੍ਹਾਂ ਪੂਰਾ ਪ੍ਰੋਸੈਸ ਫੋਲੋ ਕਰੇਗਾ। ਫਿਰ ਉਹਦੇ ਦਿਮਾਗ 'ਚ ਨਵਾਂ ਸਕੀਮਾ ਬਣ ਜਾਏਗਾ ਕਿ ਰੈਸਟੋਰੈਂਟ 'ਚ ਅਗਰ ਬਫੇ ਸਿਸਟਮ ਹੈ, ਯਾਨੀ ਕਿ ਖੁਦ ਸਰਵ ਕਰਨਾ ਹੈ, ਆਪਣੇ ਆਪ ਨੂੰ ਖੁਦ ਪਲੇਟਸ 'ਚ ਲੈਣਾ ਹੈ ਸਮਾਨ, ਤਾਂ ਉਹਨੂੰ ਸਾਰਾ ਪਤਾ ਲੱਗ ਜਾਏਗਾ। ਦਿਮਾਗ 'ਚ ਨਵਾਂ ਸਕੀਮਾ ਬਣ ਜਾਏਗਾ ਜਿਸ ਨੂੰ ਅਕੋਮੋਡੇਸ਼ਨ ਬੋਲਿਆ ਜਾਏਗਾ, ਔਰ ਸਕੀਮਾ ਤਾਂ ਸਟੋਰ ਹੋ ਹੀ ਜਾਏਗਾ ਅਤੇ ਇਸ ਮੋਡੀਫਿਕੇਸ਼ਨ ਨੂੰ ਅਕੋਮੋਡੇਸ਼ਨ ਬੋਲਿਆ ਜਾਏਗਾ। ਕਹਿੰਦਾ ਉਸਦੇ ਦਿਮਾਗ 'ਚ ਅਸੰਤੁਲਨ ਆ ਜਾਏਗਾ ਅਗਰ ਸਥਿਤੀਆਂ ਪ੍ਰਤੀਕੂਲ ਨਿਕਲਦੀਆਂ ਹੈ। ਤੁਹਾਨੂੰ ਮੈਂ ਪਹਿਲੇ ਹੀ ਦੱਸ ਦਿੱਤਾ ਹੈ। ਜਿੱਥੇ ਉਹ ਨਵੇਂ ਸੰਕਲਪਨਾ ਦਾ ਨਿਰਮਾਣ ਕਰਦਾ ਹੈ, ਯਾਨੀ ਕਿ ਮੁੜ ਤੋਂ ਨਵਾਂ ਸਕੀਮਾ ਤਿਆਰ ਕਰੇਗਾ ਅਤੇ ਮੁੜ ਸੰਤੁਲਨ ਵਿੱਚ ਆ ਜਾਵੇਗਾ। ਇਸੇ ਤਰ੍ਹਾਂ ਇਹ ਪ੍ਰੋਸੈਸ ਵਾਰ-ਵਾਰ ਚੱਲਦਾ ਰਹਿੰਦਾ ਹੈ। ਇਸ ਤੋਂ ਬਾਅਦ ਆਉਂਦਾ ਜੀ ਨੈਕਸਟ, ਦੇਖੋ ਅਸੀਮੀਲੇਸ਼ਨ। ਅਸੀਮੀਲੇਸ਼ਨ ਮੈਂ ਤੁਹਾਨੂੰ ਪਹਿਲੇ ਵੀ ਸਮਝਾ ਚੁੱਕੀ ਹਾਂ। ਜਿਸ ਤਰ੍ਹਾਂ ਬੱਚੇ ਨੇ ਪਹਿਲੇ ਦੇਖਿਆ ਬਰਡ ਨੂੰ ਉੱਡਦੇ ਹੋਏ ਆਪਣੇ ਇਨਵਾਇਰਮੈਂਟ 'ਚ, ਉਹਦੇ ਦਿਮਾਗ 'ਚ ਸਕੀਮਾ ਫਿੱਟ ਹੋ ਗਿਆ ਬਰਡ ਦਾ। ਹੁਣ ਉਹਨੇ ਕੀ ਕੀਤਾ, ਐਰੋਪਲੇਨ ਨੂੰ ਉੱਡਦੇ ਦੇਖਿਆ। ਹੁਣ ਜਦੋਂ ਉਹਨੇ ਐਰੋਪਲੇਨ ਨੂੰ ਉੱਡਦੇ ਦੇਖਿਆ, ਕਿਉਂਕਿ ਉਹਦੇ ਪਹਿਲੇ ਤੋਂ ਹੀ ਦਿਮਾਗ 'ਚ ਸਕੀਮਾ ਫਿੱਟ ਹੈ ਕਿ ਬਰਡ ਉੱਡਦਾ ਹੈ, ਆਸਮਾਨ 'ਚ ਜਿਹੜੀ ਉੱਡਣ ਵਾਲੀ ਚੀਜ਼ ਹੈ ਉਹ ਬਰਡ ਹੈ, ਅਤੇ ਉਸਨੇ ਐਰੋਪਲੇਨ ਨੂੰ ਦੇਖਿਆ ਅਤੇ ਉਸ ਨੂੰ ਵੀ ਉਹਨੇ ਕੀ ਬੋਲਿਆ, ਬਰਡ ਜਾ ਰਿਹਾ ਹੈ ਨਾ। ਬੋਏ ਸੌ ਐਨ ਐਰੋਪਲੇਨ ਐਂਡ
ਫਰੋਮ ਐਗਜ਼ਿਸਟਿੰਗ ਸਕੀਮਾ ਹੀ ਕਾਲਡ ਇਟ ਬਰਡ। ਉਹਨੇ ਇਹਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ, ਬਰਡ ਜਾ ਰਿਹਾ ਹੈ ਨਾ। ਅਤੇ ਉਸਦੇ ਦਿਮਾਗ 'ਚ ਸਕੀਮਾ ਫਿੱਟ ਸੀ ਬਰਡ ਦਾ। ਐਰੋਪਲੇਨ ਨੂੰ ਵੀ ਉਹਨੇ ਕੀ ਬੋਲਤਾ, ਉਹਨੇ ਬੋਲਿਆ ਕਿ ਇਹ ਬਰਡ ਜਾ ਰਿਹਾ ਹੈ। ਇਸ ਚੀਜ਼ ਨੂੰ ਜਿਹੜਾ ਕਿ ਉਹਨੇ ਪੁਰਾਣੀ ਇਨਫੋਰਮੇਸ਼ਨ ਨੂੰ, ਪੁਰਾਣੀ ਆਪਣੀ ਨੌਲੇਜ ਨੂੰ ਨਵੀਂ ਸਿਚੁਏਸ਼ਨ 'ਚ ਅਪਲਾਈ ਕਰਤਾ, ਬਸ ਜੋੜ ਦਿੱਤਾ। ਸਹੀ ਗਲਤ ਦੀ ਗੱਲ ਆਪਾਂ ਨਹੀਂ ਕਰਦੇ ਕਿ ਉਹਨੇ ਸਹੀ ਬੋਲਿਆ ਜਾਂ ਗਲਤ, ਕੋਈ ਗੱਲ ਨਹੀਂ, ਗਲਤ ਵੀ ਬੋਲਿਆ ਕੋਈ ਗੱਲ ਨਹੀਂ। ਇਸ ਚੀਜ਼ ਦੇ ਸਿਰਫ ਜੋੜਨ ਦੇ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਅਸੀਮੀਲੇਸ਼ਨ, ਬਸ। ਇਸ ਤੋਂ ਬਾਅਦ ਅਗਰ ਕੋਈ ਆ ਕੇ ਵੱਡਾ ਉਹਨੂੰ ਗਾਈਡ ਕਰਦਾ ਹੈ ਕਿ ਇਹ ਬਰਡ ਨਹੀਂ ਹੈ, ਥੋੜ੍ਹੇ ਸੈਕਿੰਡ ਲਈ ਉਹਦੇ ਦਿਮਾਗ 'ਚ ਫਿਰ ਡਿਸਇਕੁਲਿਬਰਮ ਆ ਜਾਏਗਾ, ਕਿਉਂਕਿ ਉਹਦੇ ਦਿਮਾਗ 'ਚ ਜਿਹੜਾ ਪਹਿਲਾਂ ਤੋਂ ਸਕੀਮਾ ਸੀ ਉਹ ਇੱਥੇ ਫਿੱਟ ਨਹੀਂ ਹੋ ਪਾਇਆ, ਕਿਉਂਕਿ ਉਹਨੂੰ ਦੱਸਿਆ ਗਿਆ ਸੀ ਉੱਡਣ ਵਾਲੀ ਚੀਜ਼ ਬਰਡ ਹੈ। ਅਤੇ ਉਹ ਫਿਰ ਸੋਚਦਾ ਕਿ ਇਹ ਬਰਡ ਕਿਉਂ ਨਹੀਂ ਹੈ, ਉਹਦੇ ਦਿਮਾਗ ਲਈ ਸਿਮੀਲੇਟ ਤਾਂ ਉਹਨੇ ਕਰਤਾ ਹਰ ਪੁਰਾਣੀ ਚੀਜ਼ ਨੂੰ ਇੱਥੇ, ਬਟ ਉਹਦੇ ਦਿਮਾਗ 'ਚ ਆਇਆ ਕਿ ਹੁਣ ਇਹ ਬਰਡ ਕਿਉਂ ਨਹੀਂ ਹੈ। ਫਿਰ ਉਸ ਨੂੰ ਸਮਝਾਇਆ ਜਾਏਗਾ ਕਿ ਇਹ ਬਰਡ ਨਹੀਂ ਹੈ ਕਿਉਂਕਿ ਇਹ ਇੱਕ ਨੋਨ ਲਿਵਿੰਗ ਥਿੰਗ ਹੈ। ਅੱਗੇ ਐਗਜ਼ਾਮਪਲ ਵੀ ਮੈਂ ਪਾਈ ਹੋਏਗੀ। ਇਸ ਪ੍ਰੋਸੈਸ ਨੂੰ ਆਪਾਂ ਸਿਮੀਲੇਸ਼ਨ ਬੋਲਾਂਗੇ ਫਿਲਹਾਲ, ਕਿ ਜਦੋਂ ਬਰਡ ਉੱਡ ਰਿਹਾ ਸੀ, ਬਰਡ ਨੂੰ ਦੇਖ ਕੇ ਉਹਨੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਇਹਨੂੰ ਐਰੋਪਲੇਨ ਨੂੰ ਵੀ ਉਹਨੇ ਬਰਡ ਬੋਲਤਾ, ਅਤੇ ਇਸ ਪ੍ਰੋਸੈਸ ਨੂੰ ਆਪਾਂ ਬੋਲਾਂਗੇ ਅਸੀਮੀਲੇਸ਼ਨ। ਦੇਖੋ ਅਸੀਮੀਲੇਸ਼ਨ, ਇਹ ਪੂਰਾ ਜਿਹੜਾ ਪ੍ਰੋਸੈਸ ਹੈ ਇਸ ਨੂੰ ਧਿਆਨ ਨਾਲ ਸਮਝਾਂਗੇ। ਪਿਆਜੇ ਅਨੁਸਾਰ ਮਾਨਸਿਕ ਵਿਕਾਸ ਵਾਤਾਵਰਨ ਨਾਲ ਤਾਲਮੇਲ ਬਣਾਉਣ ਦੇ ਸਿੱਟੇ ਵਜੋਂ ਹੁੰਦਾ ਹੈ। ਬਿਲਕੁਲ ਸਹੀ ਗੱਲ ਹੈ। ਮਾਨਸਿਕ ਵਿਕਾਸ, ਜਿਹੜਾ ਦਿਮਾਗ ਦਾ ਵਿਕਾਸ ਹੈ ਸਾਡਾ, ਜਦੋਂ ਤਾਲਮੇਲ ਬਣਦਾ ਹੈ ਉਦੋਂ ਹੀ ਕੀਤਾ ਜਾਂਦਾ ਹੈ। ਪਿਆਜੇ ਅਨੁਸਾਰ ਮਾਨਸਿਕ ਵਿਕਾਸ ਵਾਤਾਵਰਨ ਨਾਲ, ਯਾਨੀ ਕਿ ਜਦੋਂ ਸਾਡੇ ਇਨਵਾਇਰਮੈਂਟ ਨਾਲ ਸਾਡਾ ਤਾਲਮੇਲ ਵਧੀਆ ਬਣਦਾ ਉਦੋਂ ਹੀ ਕੀ ਹੁੰਦਾ ਹੈ। ਤਿੰਨ ਪ੍ਰਕਿਰਿਆਵਾਂ ਸ਼ਾਮਿਲ ਹੁੰਦੀਆਂ ਹੈ। ਸਭ ਤੋਂ ਪਹਿਲੀ ਅਸੀਮੀਲੇਸ਼ਨ, ਜਿਹਦੀ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਇਹਦੀ ਥਿਅਰੀ ਪੜ੍ਹਾਂਗੇ। ਥਿਅਰੀ ਤੁਸੀਂ ਇੱਥੋਂ ਲਿਖ ਸਕਦੇ ਹੋ। ਆਤਮਸਾਤ ਕਰਨਾ, ਆਤਮਸਾਤ ਮਤਲਬ ਨਵੀਂ ਸਿਚੁਏਸ਼ਨ 'ਚ ਪੁਰਾਣੀ ਵਾਲੀ ਇਨਫੋਰਮੇਸ਼ਨ ਦਾ ਯੂਜ਼ ਕਰਨਾ, ਪੁਰਾਣੀ ਸਕੀਮਾਂ ਦਾ ਯੂਜ਼ ਕਰਨਾ। ਜਦੋਂ ਦਿਮਾਗ ਵਿੱਚ ਪਹਿਲਾਂ ਤੋਂ ਹੀ ਮੌਜੂਦ ਰੂਪ ਰੇਖਾ ਦੀ ਵਰਤੋਂ ਨਵੀਂ ਸਥਿਤੀ ਉੱਤੇ ਕੀਤੀ ਜਾਂਦੀ ਹੈ ਤਾਂ ਇਸ ਪ੍ਰਕਿਰਿਆ ਨੂੰ ਆਤਮਸਾਤ ਕਿਹਾ ਜਾਂਦਾ ਹੈ। ਬਿਲਕੁਲ ਸਿੰਪਲ ਵਰਡਸ 'ਚ ਲਿਖਿਆ ਹੋਇਆ ਕਿ ਪੁਰਾਣੀ ਇਨਫੋਰਮੇਸ਼ਨ ਨੂੰ, ਪੁਰਾਣੀ ਸਕੀਮਾਂ ਨੂੰ ਜਦੋਂ ਅਪਲਾਈ ਨਵੀਂ ਸਥਿਤੀ 'ਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਉਂਦਾ ਜੀ ਸਾਡਾ ਐਕੋਮੋਡੇਸ਼ਨ। ਨੈਕਸਟ ਮੈਂ ਪਾਇਆ ਹੋਏਗਾ, ਹਾਂਜੀ, ਇਹ ਹੋ ਗਿਆ ਸਾਡਾ ਆਤਮਸਾਤ। ਮੈਂ ਪਹਿਲੇ ਕਰਵਾ ਚੁੱਕੀ ਹਾਂ, ਇੱਥੋਂ ਤੁਸੀਂ ਕਲੀਅਰਲੀ ਦੇਖ ਸਕਦੇ ਹੋ। ਚਲਦੇ ਹਾਂ ਨੈਕਸਟ ਸਲਾਈਡ 'ਤੇ, ਐਕੋਮੋਡੇਸ਼ਨ। ਹਾਂਜੀ, ਹੁਣ ਦੇਖੋ ਮੈਂ ਤੁਹਾਨੂੰ ਇਹੀ ਸਮਝਾਇਆ ਸੀ। ਬੱਚੇ ਨੇ ਪਹਿਲੇ ਕੀ ਕਹਿ ਦਿੱਤਾ, ਉਹਦੇ ਦਿਮਾਗ 'ਚ ਬਰਡ ਦਾ ਸਕੀਮਾ ਸੀ। ਫਿਰ ਉਸ ਤੋਂ ਬਾਅਦ ਉਹਨੇ ਜਦੋਂ ਐਰੋਪਲੇਨ ਉੱਡਦੇ ਦੇਖਿਆ ਤਾਂ ਉਸਨੇ ਕੀ ਬੋਲਿਆ, ਅਸੀਮੀਲੇਸ਼ਨ ਕਰਤਾ। ਅਸੀਮੀਲੇਸ਼ਨ ਹੋਣਾ ਮਤਲਬ ਕਿ ਉਸਨੇ ਐਰੋਪਲੇਨ ਨੂੰ ਵੀ ਬਰਡ ਬੋਲ ਦਿੱਤਾ। ਫਿਰ ਉਹਦੇ ਲਾਗੇ ਉਹਦੀ ਮਦਰ ਆਉਂਦੇ ਹੈ। ਉਹਦੀ ਮਦਰ ਨੇ ਦੇਖਿਆ ਕਿ ਮੇਰੇ ਬੇਟੇ ਨੇ ਐਰੋਪਲੇਨ ਨੂੰ ਬਰਡ ਬੋਲ ਦਿੱਤਾ। ਥੋੜ੍ਹੀ ਦੇਰ ਹੱਸ ਕੇ ਉਹਦੀ ਮੰਮਾ ਨੇ ਉਹਨੂੰ ਕਿਹਾ, ਮਦਰ ਟੋਲਡ ਹਿਮ ਇਟਸ ਐਨ ਐਰੋਪਲੇਨ ਐਂਡ ਪੀਪਲ ਟਰੈਵਲ ਇਨ ਇਟ ਐਂਡ ਇਟਸ ਅ ਨੋਨ ਲਿਵਿੰਗ ਥਿੰਗ। ਉਹਦੀ ਮਾਂ ਨੇ ਉਹਨੂੰ ਥੋੜ੍ਹਾ ਦੱਸਿਆ ਕਿ ਇਹ ਐਰੋਪਲੇਨ ਹੈ, ਨਾ ਕਿ ਬਰਡ। ਐਰੋਪਲੇਨ ਹੈ, ਇਹ ਸੁਣ ਕੇ ਉਹਦੇ ਦਿਮਾਗ 'ਚ ਨਵਾਂ ਸਕੀਮਾ ਫਿੱਟ ਹੋਣਾ ਸ਼ੁਰੂ ਹੋ ਜਾਏਗਾ ਕਿ ਇਹ ਐਰੋਪਲੇਨ ਕਿਉਂ ਹੈ। ਫਿਰ ਉਹਦੀ ਮਾਂ ਦੱਸਦੀ ਹੈ ਕਿ ਐਰੋਪਲੇਨ ਟਰੈਵਲ ਕਰਨ ਲਈ ਯੂਜ਼ ਕੀਤਾ ਜਾਂਦਾ ਹੈ, ਯਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਲੋਕਾਂ ਦੇ ਵਰਤਿਆ ਜਾਂਦਾ ਹੈ। ਇੱਕ ਨੋਨ ਲਿਵਿੰਗ ਥਿੰਗ ਹੈ, ਯਾਨੀ ਕਿ ਇਹਦੇ 'ਚ ਜਾਨ ਨਹੀਂ ਹੈ, ਇੱਕ ਮਸ਼ੀਨ ਹੈ। ਯਾਨੀ ਕਿ ਹੁਣ ਬੱਚੇ ਦੇ ਦਿਮਾਗ 'ਚ ਫਿਰ ਇਕੁਲਿਬਰਮ ਆ ਜਾਏਗਾ। ਪਹਿਲੇ ਉਹਦੇ ਦਿਮਾਗ 'ਚ ਸਕੀਮਾ ਸੀ, ਜਦੋਂ ਸਕੀਮਾ ਕਿਹਦਾ ਸੀ, ਬਰਡ ਦਾ, ਇਨਫੋਰਮੇਸ਼ਨ ਮਤਲਬ ਜਦੋਂ ਉਹਨੇ ਐਰੋਪਲੇਨ ਨੂੰ ਦੇਖਿਆ ਉਹਨੇ ਐਰੋਪਲੇਨ ਦੀ ਜਗ੍ਹਾ ਬਰਡ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਪ੍ਰੋਸੈਸ ਨੂੰ ਆਪਾਂ ਸਿਮੀਲੇਸ਼ਨ ਬੋਲਾਂਗੇ। ਸਹੀ ਗਲਤ ਇਹ ਨਹੀਂ ਆਪਾਂ ਯੂਜ਼ ਕਰਦੇ, ਆਪਾਂ ਸਿਰਫ ਇੰਨਾ ਜਾਣਦੇ ਹਾਂ ਕਿ ਉਹਨੇ ਪੁਰਾਣੀ ਸਕੀਮਾਂ ਨੂੰ ਨਵੀਂ ਜਗ੍ਹਾ 'ਤੇ ਅਪਲਾਈ ਕਰਤਾ, ਬਸ। ਫਿਰ ਉਹਦੀ ਮੰਮਾ ਨੇ ਉਹਨੂੰ ਕਿਹਾ ਕਿ ਇਹ ਐਰੋਪਲੇਨ ਹੈ, ਨਾ ਕਿ ਬਰਡ। ਥੋੜ੍ਹੀ ਦੇਰ ਲਈ ਉਹਦੇ ਦਿਮਾਗ 'ਚ ਫਿਰ ਡਿਸਇਕੁਲਿਬਰਮ ਆ ਜਾਏਗਾ ਕਿ ਮੇਰੀ ਪੁਰਾਣੀ ਇਨਫੋਰਮੇਸ਼ਨ ਇੱਥੇ ਫਿੱਟ ਕਿਉਂ ਨਹੀਂ ਹੋਈ। ਹੁਣ ਉਹਦੀ ਮੰਮੀ ਉਹਨੂੰ ਕਾਰਨ ਦੱਸੇਗੀ ਕਿ ਇਹ ਨੋਨ ਲਿਵਿੰਗ ਥਿੰਗ ਹੈ, ਇਸ 'ਚ ਇਹ ਮਸ਼ੀਨਰੀ ਹੈ, ਇਹਦੇ 'ਚ ਲੋਕ ਟਰੈਵਲ ਕਰਦੇ ਨੇ, ਇਹਦੇ 'ਚ ਜਾਨ ਨਹੀਂ ਹੈ, ਇਸ ਕਰਕੇ ਇਹ ਬਰਡ ਨਹੀਂ ਹੈ, ਇਹ ਐਰੋਪਲੇਨ ਹੈ। ਹੁਣ ਉਹਦੇ ਦਿਮਾਗ 'ਚ ਨਵੀਂ ਇਨਫੋਰਮੇਸ਼ਨ ਸਟੋਰ ਹੋ ਗਈ, ਨਵਾਂ ਸਕੀਮਾ ਬਣ ਗਿਆ, ਨਵੀਂ ਬਿਲਡਿੰਗ ਆਫ ਬਲੋਕਸ ਹੋ ਗਈ, ਜਿਸ ਦਾ ਨਾਮ ਹੈ ਹੁਣ ਐਰੋਪਲੇਨ। ਯਾਨੀ ਕਿ ਉਹਦਾ ਇੱਕ ਦਿਮਾਗ 'ਚ ਨਵਾਂ ਸਕੀਮਾ ਬਣ ਗਿਆ। ਵਿਦ ਦ ਹੈਲਪ ਆਫ ਨਿਊ ਸਕੀਮਾ ਨਾਓ ਬॉय ਕੇਮ ਟੂ ਨੋ the difference of bird and aeroplane and now he can correctly recognize it. This is called accommodation. ਠੀਕ ਹੈ, ਹੁਣ ਅਸੀਂ ਇਹਦੀ ਥਿਓਰੀ ਜਾਣਾਂਗੇ ਜੀ। ਪੰਜਾਬੀ 'ਚ ਹੁਣ ਤੁਸੀਂ ਇਸ ਥਿਓਰੀ ਨੂੰ ਲਿਖ ਸਕਦੇ ਹੋ। ਅਨੁਕੂਲਨ ਯਾਨੀ ਕਿ ਐਕੋਮੋਡੇਸ਼ਨ, ਇਹ ਪ੍ਰਕਿਰਿਆ ਉਦੋਂ ਵਾਪਰਦੀ ਹੈ ਜਦੋਂ ਮੌਜੂਦ ਸਕੀਮਾਂ ਜਾਂ ਗਿਆਨ ਲਾਗੂ ਨਾ ਹੁੰਦਾ ਹੋਵੇ ਅਤੇ ਇਸ ਵਿੱਚ ਬਦਲਾਅ ਅਤੇ ਸੁਧਾਰ ਦੀ ਲੋੜ ਹੁੰਦੀ ਹੈ, ਜਿਸ ਤਰ੍ਹਾਂ ਕਿ ਪਿਛਲੀ ਐਗਜ਼ਾਮਪਲ 'ਚ ਤੁਸੀਂ ਦੇਖ ਹੀ ਲਿਆ। ਹੁਣ ਇਕੁਲਿਬਰਮ ਦੀ ਗੱਲ ਕੀਤੀ ਹੈ। ਇੰਟੀਗ੍ਰੇਟਿੰਗ ਦੇਖੋ, ਸਭ ਤੋਂ ਪਹਿਲੇ
ਜਿਹੜਾ ਇਕੁਇਲਿਬ੍ਰੀਅਮ ਹੈ ਉਹ ਕੀ ਹੈ, ਬੈਲੈਂਸ। ਕਿਹਦਾ ਬੈਲੈਂਸ ਹੈ ਜੀ, ਅਸਿਮੀਲੇਸ਼ਨ ਤੇ ਅਕੋਮੋਡੇਸ਼ਨ ਦਾ। ਅਸਿਮੀਲੇਸ਼ਨ ਕਿਹਦੀ, ਅਸਿਮੀਲੇਸ਼ਨ ਦਾ ਮਤਲਬ ਆਪਾਂ ਪੜ੍ਹ ਲਿਆ ਕਿਆ, ਇੰਟੀਗ੍ਰੇਟਿੰਗ ਰਿਐਲਿਟੀ ਇਨਟੂ ਵਨਸ ਓਨ ਵਿਊ। ਅਕੋਮੋਡੇਸ਼ਨ ਦਾ ਮਤਲਬ ਕੀ ਹੈ, ਚੇਂਜਿੰਗ ਵਨਸ ਵਿਊ ਟੂ ਬੈਟਰ ਮੈਚ ਰਿਐਲਿਟੀ, ਚੇਂਜ ਕਰਨਾ ਆਪਣੇ ਵਿਊ ਨੂੰ ਤਾਂ ਕਿ ਰਿਐਲਿਟੀ ਨਾਲ ਮੈਚ ਕੀਤਾ ਜਾ ਸਕੇ। ਹਾਂਜੀ, ਇਸ ਤੋਂ ਬਾਅਦ ਇਕੁਇਲਿਬ੍ਰੀਅਮ ਤੇ ਤੁਸੀਂ ਦੇਖ ਹੀ ਸਕਦੇ ਹੋ, ਬੈਲੈਂਸ ਹੈ ਦੋਨਾਂ ਦਾ, ਸਿਮੂਲੇਸ਼ਨ ਤੇ ਅਕੋਮੋਡੇਸ਼ਨ ਦਾ। ਜਦੋਂ ਸਾਡੀ ਜਿਹੜੀ ਨੌਲੇਜ ਆ ਉਹ ਬਿਲਕੁਲ ਸਿਚੁਏਸ਼ਨ ਨਾਲ ਫਿੱਟ ਬੈਠੇ, ਚਾਹੇ ਉਹਦੇ 'ਚ ਚੇਂਜਿਸ ਕਰਨੇ ਪੈਣ ਜਾਂ ਬਿਨਾਂ ਚੇਂਜਿਸ ਦੇ ਹੀ ਹੋ ਜਾਏ, ਤਾਂ ਉਸਨੂੰ ਆਪਾਂ ਕੀ ਬੋਲਾਂਗੇ, ਸਿਮੂਲੇਸ਼ਨ। ਇਸ ਤੋਂ ਬਾਅਦ ਬਹੁਤ ਸਾਰੀ ਐਗਜ਼ਾਮਪਲ, 2 ਥਿਓਰੈਟੀਕਲ ਐਗਜ਼ਾਮਪਲਸ ਹੋਰ ਆਉਣਗੀਆਂ ਲਾਸਟ 'ਚ, ਮੈਂ ਪਾਈਆਂ ਹੋਈਆਂ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ। ਇੱਥੇ ਤੁਸੀਂ ਸੰਤੁਲਨ ਪੜ੍ਹ ਸਕਦੇ ਹੋ। ਇਕੁਇਲਿਬ੍ਰੀਅਮ ਕੀ ਹੈ, ਚਾਲਕ ਸ਼ਕਤੀ। ਚਾਲਕ ਸ਼ਕਤੀ ਮਤਲਬ ਡਰਾਈਵਿੰਗ ਫੋਰਸ ਹੈ, ਜਿਹੜੀ ਸਿੱਖਣ ਦੀ ਪ੍ਰਕਿਰਿਆ ਨੂੰ ਚਾਲੂ ਰੱਖਦੀ ਹੈ। ਜਦੋਂ ਵਿਅਕਤੀ ਅਸੰਤੁਲਨ ਦੀ ਸਥਿਤੀ ਜਾਂ ਦਸ਼ਾ ਵਿੱਚ ਹੁੰਦਾ ਹੈ ਤਾਂ ਨਿਰਾਸ਼ ਨਹੀਂ ਹੋਣ ਦਿੰਦੀ, ਹਾਰਿਆ ਹੋਇਆ ਨਹੀਂ ਕਹਾਉਣਾ ਚਾਹੁੰਦਾ। ਕੋਈ ਵੀ ਵਿਅਕਤੀ ਸਿੱਟੇ ਵਜੋਂ ਸੰਘਰਸ਼ ਕਰਦਾ ਹੈ ਅਤੇ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਅਸੰਤੁਲਨ ਤੋਂ ਕਿੱਧਰ ਚਲਾ ਜਾਂਦਾ, ਉਹ ਸੰਤੁਲਨ ਦੀ ਸਥਿਤੀ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਬੱਚੇ ਵਾਲੀ ਐਗਜ਼ਾਮਪਲ 'ਚ ਦੇਖਿਆ, ਜਦੋਂ ਉਹਦੀ ਮਾਂ ਉਹਨੂੰ ਦੱਸਦੀ ਹੈ ਕਿ ਇਹ ਨੋਨ ਲਿਵਿੰਗ ਥਿੰਗ ਹੈ, ਸਭ ਤੋਂ ਪਹਿਲੇ ਉਹਦੀ ਮਾਂ ਬੋਲਦੀ ਹੈ ਕਿ ਇਹ ਬਰਡ ਨਹੀਂ ਹੈ, ਤੇ ਉਹਦੇ ਮਨ 'ਚ ਥੋੜ੍ਹੀ ਦੇਰ ਲਈ ਡਿਸਇਕੁਇਲਿਬ੍ਰੀਅਮ ਆ ਜਾਂਦਾ। ਬਟ ਕਿਉਂਕਿ ਹਿਊਮਨ ਨੇਚਰ ਹੈ, ਉਹ ਹਮੇਸ਼ਾ ਨਵਾਂ ਚੀਜ਼ ਸਿੱਖਦਾ ਰਹਿਣਾ ਚਾਹੁੰਦਾ ਔਰ ਉਹ ਜਿਗਿਆਸਾ ਨਾਲ ਭਰਿਆ ਰਹਿੰਦਾ ਹੈ। ਅਤੇ ਬੱਚਾ ਜਿਗਿਆਸੂ ਹੁੰਦਾ ਹੈ, ਉਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਬੋਲਿਆ ਕਿ ਇਹ ਨੋਨ ਲਿਵਿੰਗ ਥਿੰਗ ਹੈ ਔਰ ਇਹ ਬਰਡ ਹੈ, ਬਰਡ ਨਹੀਂ ਹੈ, ਇਹ ਤੁਹਾਨੂੰ ਤੁਸੀਂ ਕਿਉਂ ਕਿਹਾ। ਫਿਰ ਉਹ ਇਸੇ ਵਜ੍ਹਾ ਨਾਲ, ਨਹੀਂ ਤਾਂ ਬੱਚਾ ਕਹਿ ਹੀ ਸਕਦਾ ਸੀ ਬਰਡ, ਮੈਂ ਤਾਂ ਬਰਡ ਹੀ ਬੋਲਾਂਗਾ, ਮੈਂ ਨਹੀਂ ਸਿੱਖਦਾ ਨਵੀਂ ਚੀਜ਼। ਬਟ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਬੱਚਾ ਜਿਗਿਆਸੂ ਨੇਚਰ ਦਾ ਹੁੰਦਾ ਹੈ, ਉਹ ਹਮੇਸ਼ਾ ਨਵੀਂ ਚੀਜ਼ ਸਿੱਖਣਾ ਪਸੰਦ ਕਰਦਾ ਹੈ। ਇਸ ਕਰਕੇ ਉਹ ਡਿਫਰੈਂਸ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਔਰ ਉਹਦੇ ਮਨ 'ਚ ਹਮੇਸ਼ਾ ਇਹੀ ਹੁੰਦਾ ਕਿ ਮੈਂ ਨਵੀਂ ਚੀਜ਼ ਸਿੱਖਾਂ। ਜਿਸ ਕਰਕੇ ਇਕੁਇਲਿਬ੍ਰੀਅਮ ਨੂੰ, ਉਹ ਹਮੇਸ਼ਾ ਇਕੁਇਲਿਬ੍ਰੀਅਮ 'ਚ ਰਹਿਣਾ ਚਾਹੁੰਦਾ ਹੈ। ਇਸ ਕਰਕੇ ਇਕੁਇਲਿਬ੍ਰੀਅਮ ਨੂੰ ਕੀ ਬੋਲਿਆ ਗਿਆ, ਡਿਰਾਈਵਿੰਗ ਫੋਰਸ, ਯਾਨੀ ਕਿ ਜਿਹੜੀ ਸਾਨੂੰ ਅੱਗੇ ਲਗਾਤਾਰ ਨਵੀਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਨੂੰ ਆਪਾਂ ਬੋਲਦੇ ਹਾਂ ਡਰਾਈਵਿੰਗ ਫੋਰਸ। ਹਾਂਜੀ, ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਸਿਮੀਲੇਸ਼ਨ ਤੋਂ ਇਕੁਇਲਿਬ੍ਰੀਅਮ, ਉਸ ਤੋਂ ਬਾਅਦ ਫਿਰ ਨਵੀਂ ਸਿਚੁਏਸ਼ਨ ਆਉਂਦੀ ਹੈ, ਥੋੜ੍ਹੀ ਦੇਰ ਲਈ ਆਪਾਂ ਡਿਸਇਕੁਇਲਿਬ੍ਰੀਅਮ 'ਚ ਚਲੇ ਜਾਂਦੇ ਹਾਂ, ਫਿਰ ਆਪਾਂ ਨਵਾਂ ਸਕੀਮਾ ਤਿਆਰ ਕਰਕੇ ਉਹਦੇ 'ਚ ਥੋੜ੍ਹੇ ਜਿਹੇ ਚੇਂਜਿਸ ਕਰਕੇ ਅਕੋਮੋਡੇਸ਼ਨ 'ਚ ਜਾਂਦੇ ਹਾਂ। ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਫਿਰ ਨਵੀਂ ਚੀਜ਼ ਸਿੱਖਣ ਲਈ ਆਪਾਂ ਅਸਿਮੀਲੇਟ ਕਰਦੇ ਹਾਂ, ਅਸਿਮੀਲੇਸ਼ਨ ਕਰਦੇ ਹਾਂ, ਯਾਨੀ ਕਿ ਸਿਚੁਏਸ਼ਨ 'ਚ ਆਪਾਂ ਨੌਲੇਜ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਕੁਇਲਿਬ੍ਰੀਅਮ ਆਉਂਦਾ ਹੈ, ਫਿਰ ਨਵੀਂ ਸਿਚੁਏਸ਼ਨ ਆਉਂਦੀ ਹੈ, ਡਿਸਇਕੁਇਲਿਬ੍ਰੀਅਮ ਆਉਂਦੀ ਹੈ। ਇਸੇ ਤਰ੍ਹਾਂ ਇਹ ਸਾਈਕਲ ਜਿਹੜਾ ਹੈ ਚੱਲਦਾ ਰਹਿੰਦਾ ਹੈ। ਤੁਸੀਂ ਇਸ ਸਾਈਕਲ 'ਚ ਚਾਹੋ ਤਾਂ ਚੇਂਜਿਸ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਜਿਹੜੀ ਹੈ ਕੰਸੈਪਟ ਸਮਝ ਚੁੱਕੇ ਹੋ। ਸਕੀਮਾ ਬਣਨਾ, ਸਕੀਮਾ ਤੋਂ ਬਾਅਦ ਅਸਿਮੀਲੇਸ਼ਨ ਹੋਣਾ, ਅਸਿਮੀਲੇਸ਼ਨ ਤੋਂ ਬਾਅਦ ਸਿਚੁਏਸ਼ਨ ਨਵੀਂ ਆਉਣਾ, ਫਿਰ ਥੋੜ੍ਹੀ ਦੇਰ ਲਈ ਡਿਸਇਕੁਇਲਿਬ੍ਰੀਅਮ ਹੋਣਾ, ਅਕੋਮੋਡੇਸ਼ਨ ਹੋਣਾ, ਫਿਰ ਇਕੁਇਲਿਬ੍ਰੀਅਮ ਹੋਣਾ, ਫਿਰ ਸਕੀਮਾ ਆਉਣਾ, ਅਸਿਮੀਲੇਸ਼ਨ ਹੋਣਾ, ਡਿਸਇਕੁਇਲਿਬ੍ਰੀਅਮ ਹੋਣਾ ਥੋੜ੍ਹੀ ਦੇਰ ਲਈ, ਫਿਰ ਡਿਸਇਕੁਇਲਿਬ੍ਰੀਅਮ ਤੋਂ ਤੁਸੀਂ ਅਕੋਮੋਡੇਟ ਕਰਨਾ, ਅਕੋਮੋਡੇਸ਼ਨ ਤੋਂ ਬਾਅਦ ਦੁਬਾਰਾ ਇਕੁਇਲਿਬ੍ਰੀਅਮ 'ਚ ਆਉਣਾ। ਇਸੇ ਤਰ੍ਹਾਂ ਇਹ ਪ੍ਰੋਸੈਸ ਚੱਲਦਾ ਜਾਏਗਾ। ਨੈਕਸਟ ਦੇਖਦੇ ਹਾਂ ਫਟਾਫਟ। ਹਾਂਜੀ, ਹੁਣ ਤੁਸੀਂ ਵਧੀਆ ਥਿਓਰੈਟੀਕਲ ਐਗਜ਼ਾਮਪਲਸ ਹੈ ਸਟਿਕ ਫਿਗਰਸ ਤੋਂ ਸਮਝ ਸਕਦੇ ਹੋ। ਹੁਣ 2 ਐਗਜ਼ਾਮਪਲਸ ਮੈਂ ਪਾਈਆਂ ਹੈ ਜਿਹੜੀਆਂ ਕਿ ਥਿਓਰੈਟੀਕਲ ਨੇ। ਬੱਚਾ ਕਿਤਾਬ ਵਿੱਚ ਕੁੱਤੇ ਦੀ ਤਸਵੀਰ ਦੇਖਦਾ ਹੈ। ਦੇਖੋ, ਬੱਚਾ ਤੇ ਉਹਦਾ ਪਿਤਾ ਹੈ। ਕਿਤਾਬ ਵਿੱਚ ਉਹਨੇ ਕੀ ਦੇਖੀ ਹੈ, ਕੁੱਤੇ ਦੀ ਤਸਵੀਰ। ਇੱਥੇ ਕਿਤੇ ਡੌਗੀ ਦੀ ਤਸਵੀਰ ਬਣੀ ਹੋਏਗੀ ਅਤੇ ਬੱਚੇ ਨੇ ਇਹ ਤਸਵੀਰ ਮੰਨ ਲਓ ਦੇਖ ਲਈ, ਠੀਕ ਹੈ। ਨੈਕਸਟ ਚੱਲਦੇ ਹਾਂ, ਸਕੀਮਾ ਫੋਰਮਿੰਗ। ਹੁਣ ਉਹਦੇ ਦਿਮਾਗ 'ਚ ਸਕੀਮਾ ਬਣਨ ਲੱਗ ਪਿਆ ਕਿ ਕੁੱਤਾ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਦੇਖੋ, ਇਹ ਜਿਹੜਾ ਸਾਈਡ 'ਤੇ ਲਿਖਿਆ ਹੋਇਆ, ਇਹ ਸਾਰੀ ਚੀਜ਼ ਉਹਦੇ ਦਿਮਾਗ 'ਚ ਫਿੱਟ ਹੋ ਰਹੀ ਹੈ ਬੱਚੇ ਦੇ। ਕਿਸ ਨੂੰ ਦੇਖ ਕੇ, ਕਿਤਾਬ 'ਚ ਸਿਰਫ ਫੋਟੋ ਦੇਖ ਕੇ ਬੱਚੇ ਨੇ ਦੇਖਿਆ ਸਕੀਮਾ ਫੋਰਮਿੰਗ ਹੋ ਰਿਹਾ। ਸਕੀਮਾ ਫੋਰਮਿੰਗ, ਬੱਚਾ ਅਸੁਖਾਵਾਂ ਮਹਿਸੂਸ ਕਰਦਾ ਹੈ। ਅਚਾਨਕ ਜਦੋਂ ਉਹਨੇ ਇੱਕ ਤਸਵੀਰ ਦੇਖੀ ਅਜੀਬ ਜਿਹੀ, ਜਿਹੜੀ ਇਸ ਇਨਸਾਨਾਂ ਤੋਂ ਹਟ ਕੇ ਹੈ, ਤਾਂ ਉਹਦੇ ਦਿਮਾਗ 'ਚ ਆਇਆ ਕਿ ਇਹ ਕੀ ਹੈ। ਥੋੜ੍ਹੀ ਦੇਰ ਲਈ ਉਹ ਅਸੁਖਾਵਾਂ ਯਾਨੀ ਕਿ ਡਿਸਇਕੁਇਲਿਬ੍ਰੀਅਮ 'ਚ ਚਲਾ ਜਾਂਦਾ ਹੈ। ਫਿਰ ਉਹਦੇ ਪਿਤਾ ਜੀ ਉਹਨੂੰ ਦੱਸਦੇ ਹੈ ਉਹ ਸਚੇਤ ਅਤੇ ਕਿਰਿਆਸ਼ੀਲ ਹੈ ਅਤੇ ਕੁੱਤੇ ਦੀ ਰੂਪ ਰੇਖਾ ਦਿਮਾਗ ਵਿੱਚ ਬਣਾਉਂਦਾ ਹੈ ਅਤੇ ਨਵੀਂ ਜਾਣਕਾਰੀ ਦਾ ਆਤਮਸਾਤ ਯਾਨੀ ਕਿ ਯਾਦ ਕਰਕੇ ਸਕੀਮਾ ਬਣਾ ਲੈਂਦਾ ਹੈ ਅਤੇ ਆਤਮਸਾਤ ਕਰਦਾ ਹੈ, ਸਿਮੂਲੇਟ ਕਰਦਾ ਹੈ ਅਤੇ ਮੁੜ ਸੰਤੁਲਨ ਦੀ ਅਵਸਥਾ ਵਿੱਚ ਆ ਜਾਂਦਾ ਹੈ। ਉਸਦੇ ਪਿਤਾ ਜੀ ਉਹਨੂੰ ਦੱਸਦੇ ਹੈ ਕਿ ਇਹ ਕੀ ਹੈ, ਕੁੱਤਾ ਹੈ। ਤੇ ਬੱਚੇ ਨੇ ਕੁੱਤਾ ਯਾਦ ਕਰ ਲਿਆ। ਕਿਸ ਤਰ੍ਹਾਂ ਦਾ ਹੁੰਦਾ ਕੁੱਤਾ, ਕੁੱਤਾ ਹੈ, ਕੁੱਤੇ ਦੇ 2 ਕੰਨ, 4 ਲੱਤਾਂ ਔਰ ਪੂੰਛ ਹੈ। ਇਸ ਤੋਂ ਬਾਅਦ ਬੱਚਾ ਪਿਤਾ ਨਾਲ ਪਾਰਕ ਵਿੱਚ ਜਾਂਦਾ ਹੈ ਅਤੇ ਉੱਥੇ ਅਸਲੀ ਕੁੱਤੇ ਨੂੰ ਦੇਖਦਾ ਹੈ। ਦੇਖੋ, ਤੁਸੀਂ ਪਿਤਾ ਦੇਖ ਸਕਦੇ ਹੋ ਸਭ ਤੋਂ ਪਹਿਲੇ ਸਟਿਕ ਫਿਗਰ, ਦੂਸਰਾ ਫਿਰ ਉਹਨੇ ਕਿਤਾਬ 'ਚ ਜਿਹੜਾ ਕੁੱਤੇ ਦੀ ਫੋਟੋ ਯਾਦ ਕੀਤੀ ਸੀ, ਫਿਰ ਬੱਚਾ ਔਰ ਲਾਸਟ 'ਚ ਕੀ ਹੈ, ਕੁੱਤਾ। ਬੱਚੇ ਨੇ ਜਦੋਂ ਕੁੱਤੇ ਨੂੰ ਦੇਖਿਆ ਤੇ ਉਹਨੇ ਕੀ ਬੋਲਿਆ, ਇਸ ਨੂੰ ਨਾਲ ਹੀ ਕੁੱਤਾ ਕੀ ਕਰਦਾ ਹੈ, ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਬੱਚਾ ਮਾਨਸਿਕ ਅਸੰਤੁਲਨ ਦੀ ਅਵਸਥਾ 'ਚ ਆ ਜਾਂਦਾ ਹੈ ਕਿਉਂਕਿ ਬੱਚੇ ਨੇ ਕੁੱਤੇ ਬਾਰੇ ਰੂਪ ਰੇਖਾ ਵਿੱਚ ਭੌਂਕਣਾ ਸ਼ਾਮਿਲ ਨਹੀਂ ਸੀ। ਤੁਸੀਂ ਪੜ੍ਹਿਆ ਸੀ, ਉਹਨੇ ਕਿਤਾਬ ਵਿੱਚ ਸਿਰਫ ਉਹੀ ਚੀਜ਼ਾਂ ਸਿੱਖੀਆਂ ਜਿਹੜੇ ਉਹਦੇ ਬੋਡੀ ਸਟਰਕਚਰ 'ਚ ਦਿਖਾਈ ਦੇ ਰਹੀਆਂ ਸੀ।
ਇਸ ਤੋਂ ਬਾਅਦ ਉਸਨੇ ਜਦੋਂ ਕੁੱਤੇ ਉਹ ਉਸ ਦੇ ਜੱਤ ਦੇਖਦਾ ਹੈ, ਕੁੱਤਾ ਆਪਣੇ ਮਾਲਕ ਨੂੰ ਚੱਟਣ ਲੱਗ ਜਾਂਦਾ ਹੈ। ਇਹ ਸਭ ਕੁਝ ਬੱਚੇ ਨੂੰ ਡਿਸਇਕੁਲਿਬਰਮ ਦੀ ਅਵਸਥਾ ਵਿੱਚ ਲੈ ਜਾਂਦਾ ਹੈ। ਦੇਖੋ ਥੋੜ੍ਹੀ ਦੇਰ ਲਈ ਤਾਂ ਉਹ ਡਿਸਇਕੁਲਿਬਰਮ 'ਚ ਜਾਏਗਾ, ਕਿਉਂਕਿ ਉਸ ਲਈ ਇਹ ਚੀਜ਼ਾਂ ਨਵੀਆਂ ਨੇ ਅਤੇ ਨਵੀਂ ਚੀਜ਼ਾਂ ਨੂੰ ਅਡੈਪਟ ਕਰਨ ਲਈ ਉਹਨੂੰ ਥੋੜ੍ਹੇ ਫਰੈਕਸ਼ਨ ਆਫ ਸੈਕਿੰਡਸ ਜਾਂ ਥੋੜ੍ਹਾ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ, ਜਿਸ ਲਈ ਥੋੜ੍ਹੇ ਟਾਈਮ ਲਈ ਤਾਂ ਉਹ ਨਵੀਂ ਚੀਜ਼ ਨੂੰ ਦੇਖ ਕੇ ਡਿਸਇਕੁਲਿਬਰਮ 'ਚ ਜਾਏਗਾ ਹੀ ਜਾਏਗਾ। ਹੌਲੀ ਹੌਲੀ ਇਹ ਚੀਜ਼ ਉਹਦੇ ਦਿਮਾਗ 'ਚ ਜਿਹੜੀ ਹੈ ਸ਼ਾਮਿਲ ਹੋ ਜਾਏਗੀ ਔਰ ਨਵਾਂ ਸਕੀਮਾ ਤਿਆਰ ਹੋ ਜਾਏਗਾ। ਕੀ ਸਕੀਮਾ ਬਣ ਜਾਏਗਾ? ਹੁਣ ਦੇਖੋ ਉਹਦੇ ਦਿਮਾਗ 'ਚ ਜਿਹੜਾ ਸਕੀਮਾ ਬਣ ਚੁੱਕਿਆ ਬਾਕਸ 'ਚ ਲਿਖਿਆ ਹੋਇਆ, ਸੌਰੀ, ਹਾਂਜੀ, ਕੁੱਤਾ, ਉਹਦੇ 2 ਕੰਨ, ਪੂੰਛ, 4 ਲੱਤਾਂ, ਭੌਂਕਣਾ, ਜੱਤ, ਜੱਤ ਮਤਲਬ ਬਾਲ, ਸਰੀਰ ਦੇ ਉੱਤੇ ਜਿਹੜੀ ਉਹਦੀ ਚਮੜੀ ਹੈ ਉਹਦੇ 'ਤੇ ਬਾਲ ਨੇ, ਉਹ ਪੂਰੀ ਜੱਤ, ਚੱਟਣਾ, ਆਪਣੇ ਮਾਲਕ ਨੂੰ ਕੁੱਤਾ ਕੀ ਕਰਦਾ ਹੈ ਉਹਦੇ ਨਾਲ ਵਫਾਦਾਰ ਕੁੱਤਾ ਉਹਦਾ ਪੂਰਾ ਇੱਕਦਮ, ਔਰ ਉਹਨੂੰ ਆਪਣੇ ਮਾਲਕ ਨੂੰ ਚੱਟਦਾ ਹੈ ਅਤੇ ਉਹ ਦੇਖਦਾ, ਬੱਚੇ ਨੇ ਸਭ ਕੁਛ ਦੇਖ ਲਿਆ। ਹੁਣ ਅਨੁਕੂਲਨ ਯਾਨੀ ਕਿ ਅਕੋਮੋਡੇਸ਼ਨ ਹੋਏਗਾ ਕਿਸ ਤਰ੍ਹਾਂ? ਇਸ ਤੋਂ ਬਾਅਦ ਬੱਚੇ ਨੇ ਪਾਰਕ ਵਿੱਚ ਇੱਕ ਬਿੱਲੀ ਵੀ ਦੇਖ ਲਈ। ਬੱਚੇ ਨੇ ਜਦੋਂ ਪਾਰਕ 'ਚ ਬਿੱਲੀ ਦੇਖੀ, ਬੱਚੇ ਦੇ ਦਿਮਾਗ ਵਿੱਚ ਇੱਕ ਨਵੀਂ ਰੂਪ ਰੇਖਾ ਬਣਨੀ ਚਾਹੀਦੀ ਹੈ, ਕਿਉਂਕਿ ਇਹ ਇੱਕ ਵੱਖਰਾ ਜਾਨਵਰ ਹੈ, ਪਰ ਭਾਵੇਂ ਉਸਨੇ ਕੁਝ ਲੱਛਣ ਕੁੱਤੇ ਵਾਲੇ ਵੀ ਨੇ। ਕਿਉਂਕਿ ਬੱਚੇ ਨੇ ਜਦੋਂ ਬਿੱਲੀ ਨੂੰ ਦੇਖਿਆ ਅਤੇ ਉਹਦੀਆਂ ਵੀ 4 ਲੱਤਾਂ ਹੈ, ਸਰੀਰ 'ਤੇ ਜੱਤ ਹੈ, ਔਰ 4 ਲੱਤਾਂ ਹੋ ਗਈਆਂ, ਜੱਤ ਹੋ ਗਈ, ਹੈ ਨਾ, ਪੂੰਛ ਵੀ ਹੈ ਸੇਮ, ਅਤੇ ਇੱਥੇ ਪਿਤਾ ਉਹਦੇ ਨਾਲ ਹੀ ਚੱਲ ਰਹੇ ਨੇ। ਇਹ ਬੱਚਾ, ਇਹ ਉਹਦੇ ਦਿਮਾਗ 'ਚ ਜਿਹੜਾ ਸਕੀਮਾ ਕਹਿੰਦਾ ਕੁੱਤਾ, ਉਹਨੇ ਬਿੱਲੀ ਨੂੰ ਦੇਖ ਕੇ ਵੀ ਕੁੱਤਾ ਬੋਲਣਾ ਸ਼ੁਰੂ ਕਰ ਦਿੱਤਾ। ਬਿੱਲੀ ਭੌਂਕਣ ਦੀ ਥਾਂ ਮਿਆਊਂ ਮਿਆਊਂ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਭੱਜ ਕੇ ਬੂਟੇ 'ਤੇ ਜਾਂ ਰੁੱਖ 'ਤੇ ਚੜ੍ਹ ਜਾਂਦੀ ਹੈ। ਬੱਚੇ ਦੇ ਦਿਮਾਗ 'ਚ ਫਿਰ ਕੀ ਆ ਜਾਊਗਾ? ਅਸੰਤੁਲਨ ਦੀ ਅਵਸਥਾ ਪੈਦਾ ਹੋ ਜਾਏਗੀ। ਹੁਣ ਜਿਸਲੇ ਉਹ ਪੇੜ 'ਤੇ ਚੜ੍ਹ ਗਈ ਹੈ, ਬੱਚਾ ਬੋਲਦਾ ਹੈ ਕਿ ਕੁੱਤਾ, 4 ਲੱਤਾਂ, ਪੂੰਛ, ਜੱਤ ਸਭ ਕੁਛ ਸੇਮ ਹੈ। ਬੋਲਣ ਦੀ ਥਾਂ ਇਹਨੇ ਭੌਂਕਣ ਦੀ ਥਾਂ ਮਿਆਊਂ ਮਿਆਊਂ ਕਰਨਾ ਸ਼ੁਰੂ ਕਰ ਦਿੱਤਾ, ਔਰ ਆਪਣੇ ਮਾਲਕ ਨੂੰ ਚੱਟਣ ਦੀ ਥਾਂ ਉਹਨੇ ਪੇੜ 'ਤੇ ਚੜ੍ਹ ਕੇ ਲੁਕਣਾ ਸ਼ੁਰੂ ਕਰ ਦਿੱਤਾ। ਅਤੇ ਉਹਦੇ ਹੁਣ ਪਿਤਾ ਜੀ ਉਹਨੂੰ ਦੱਸਣਗੇ, ਪਹਿਲੇ ਤਾਂ ਉਹਨੇ ਅਸਿਮੀਲੇਸ਼ਨ ਕਰਤੀ। ਹੁਣ ਉਹਦੇ ਪਿਤਾ ਜੀ, ਕਿਉਂਕਿ ਉਹਨੇ ਕਿਹਾ ਕਿ ਨੋ ਕੈਟ, ਇਸ ਨੂੰ ਕੀ ਬੋਲਾਂਗੇ ਆਪਾਂ? ਕੈਟ। ਥੋੜ੍ਹੀ ਦੇਰ ਲਈ ਉਹ ਡਿਸਇਕੁਲਿਬਰਮ 'ਚ ਆ ਜਾਏਗਾ। ਦੇਖੋ ਬੱਚਾ ਇਸ ਅਵਸਥਾ ਵਿੱਚ ਨਵੀਂ ਰੂਪ ਰੇਖਾ ਅਤੇ ਅਰਥਾਂ ਦੇ ਨਿਰਮਾਣ ਕਰਦਾ ਹੈ ਅਤੇ ਅਸੰਤੁਲਨ ਦੇ ਹੱਲ ਲਈ ਪਿਤਾ ਨੂੰ ਪੁੱਛਦਾ ਹੈ। ਪਿਤਾ ਕਹਿੰਦਾ ਹੈ ਨੋ, ਇਹਨੂੰ ਕੈਟ ਕਵਾਂਗੇ ਆਪਾਂ। ਬੱਚਾ ਕਹਿੰਦਾ ਡੋਗ, ਉਹਦਾ ਪਿਤਾ ਕਹਿੰਦਾ ਨੋ ਕੈਟ, ਇਹ ਬਿੱਲੀ ਹੈ। ਅਕੋਮੋਡੇਸ਼ਨ ਅਕਰਸ, ਕਿੱਦਾਂ ਅਕੋਮੋਡੇਸ਼ਨ ਆ ਜਾਏਗਾ? ਉਹਦੇ ਪਿਤਾ ਜੀ ਉਹਨੂੰ ਦੱਸਣਗੇ। ਇਸ ਉਦਾਹਰਨ ਜਾਂ ਹੁਣ ਤੁਸੀਂ ਦੇਖ ਸਕਦੇ ਹੋ ਕੁੱਤਾ, ਉਹਦੇ ਦਿਮਾਗ 'ਚ ਉਹਦੇ ਪਿਤਾ ਜੀ ਨੇ ਉਹਨੂੰ ਸਮਝਾ ਦਿੱਤਾ ਫ਼ਰਕ ਕੀ ਹੈ, ਔਰ ਇੱਥੇ ਆਪਾਂ ਦੇਖਾਂਗੇ ਕਿ ਕੀ ਹੁਣ ਉਹਦੇ ਦਿਮਾਗ 'ਚ ਕੀ ਨਵੇਂ ਸਕੀਮਾ ਬਣ ਗਿਆ ਅਕੋਮੋਡੇਸ਼ਨ ਅਕਰ ਹੋਣ ਤੋਂ ਬਾਅਦ। ਕੁੱਤਾ ਜਿਹਦੇ 4 ਲੱਤਾਂ, ਪੂੰਛ, ਜੱਤ, ਭੌਂਕਦਾ ਹੈ ਅਤੇ ਆਪਣੀ ਮਾਲਿਕ ਨੂੰ ਚੱਟਦਾ ਹੈ, ਅਤੇ ਬਿੱਲੀ 4 ਲੱਤਾਂ, ਕੰਨ, ਪੂੰਛ, ਜੱਤ ਸੇਮ ਕੁੱਤੇ ਵਾਂਗਰ, ਲੇਕਿਨ ਚੱਟਣ ਦੀ ਥਾਂ ਉਹ ਕੀ ਕਰਦੀ ਹੈ? ਰੁੱਖ 'ਤੇ ਚੜ੍ਹ ਜਾਂਦੀ ਹੈ ਔਰ ਲੁਕਣਾ ਸ਼ੁਰੂ ਕਰ ਦਿੰਦੀ ਹੈ, ਔਰ ਭੌਂਕਣ ਦੀ ਥਾਂ ਉਹ ਮਿਆਊਂ ਮਿਆਊਂ ਕਰਨਾ ਸ਼ੁਰੂ ਕਰ ਦਿੰਦੀ ਹੈ। ਹੁਣ ਉਹਦੇ ਲਈ 2 ਅਲੱਗ-ਅਲੱਗ ਜਾਨਵਰ ਨੇ। ਉਦਾਹਰਨ ਜਾਂ ਦ੍ਰਿਸ਼ਟਾਂਤ ਤੋਂ ਅਸੀਂ ਦੇਖਦੇ ਹਾਂ, ਜਿਹੜੀ ਆਪਾਂ ਉਦਾਹਰਨ ਕੀਤੀ ਹੈ ਉਹ ਤੋਂ ਆਪਾਂ ਦੇਖਦੇ ਹਾਂ ਕਿ ਵਸਤੂ ਬਾਰੇ ਸੰਕਲਪਨਾ ਦਾ ਨਿਰਮਾਣ ਕਿਸ ਤਰ੍ਹਾਂ ਕਰਦਾ ਹੈ। ਬੱਚਾ ਜਿਹੜਾ ਹੈ ਸੰਕਲਪਨਾ ਦਾ, ਕਿਸੇ ਸਕੀਮਾ ਦਾ ਨਿਰਮਾਣ ਕਿਸ ਤਰ੍ਹਾਂ ਕਰਦਾ ਹੈ ਅਤੇ ਇਹ ਸਕੀਮਾ ਦੇ ਰੂਪ ਵਿੱਚ ਦਿਮਾਗ ਵਿੱਚ ਕਿਸ ਢੰਗ ਨਾਲ ਸਟੋਰ ਹੁੰਦਾ ਹੈ। ਉਹ ਨਵੀਂ ਸਥਿਤੀ ਵਿੱਚ ਆਪਣੇ ਮੌਜੂਦ ਸਕੀਮਾ ਦੀ ਵਰਤੋਂ ਕਰਦਾ ਹੈ ਅਤੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਸਥਿਤੀ ਅਨੁਕੂਲ ਨਾ ਹੋਵੇ ਤਾਂ ਉਹ ਨਵੇਂ ਗਿਆਨ ਦਾ ਨਿਰਮਾਣ ਕਰਦਾ ਹੈ ਅਤੇ ਪਹਿਲੀ ਸੰਕਲਪਨਾ ਵਿੱਚ ਬਦਲਾਅ ਜਾਂ ਸੁਧਾਰ ਕਰਦਾ ਹੈ। ਤੁਸੀਂ ਸਾਰਾ ਇਹ ਐਗਜ਼ਾਮਪਲ ਤੋਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਹੁਣ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ, ਫਿਰ ਆਪਾਂ ਕਨਕਲੂਡ ਕਰਕੇ ਖ਼ਤਮ ਕਰਦੇ ਹਾਂ ਲਾਸਟ 'ਚ। ਉਦਾਹਰਨ ਨੰਬਰ 2, ਬੜੀ ਵਧੀਆ ਐਗਜ਼ਾਮਪਲ। ਦੇਖੋ ਇੱਕ 3 ਸਾਲ ਦਾ ਬੱਚਾ ਹੈ, ਸਰਕਸ 'ਚ ਆਪਣੇ ਪਿਤਾ ਜੀ ਨਾਲ ਦੇਖਦਾ ਹੈ। ਉੱਥੇ ਪਹਿਲੇ ਮੰਨ ਲਓ ਕਿ ਉਹਨੇ ਕਟ ਆਊਟ ਸੀ, ਯਾਨੀ ਕਿ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਉੱਥੇ ਜੋਕਰ ਦੇਖ ਲੈਂਦਾ। ਉਹ ਜੋਕਰ ਦੇਖ ਕੇ ਉਹਦੇ ਦਿਮਾਗ 'ਚ ਜੋਕਰ ਦਾ ਸਕੀਮਾ ਫਿੱਟ ਹੋ ਗਿਆ। ਦੇਖਦਾ ਹੈ ਸਰਕਸ ਦੇਖਣ ਜਾ ਰਿਹਾ ਹੁਣ ਉਹ, ਜਿਸ ਦੇ ਸਿਰ 'ਤੇ ਅਜਿਹੀ ਵਿਗ ਪਹਿਨੀ ਹੋਈ ਹੈ, ਉਸਨੇ ਰੰਗ ਬਿਰੰਗੀ ਵਿਗ ਪਹਿਨੀ ਹੋਏਗੀ। ਅਜਿਹੀ ਵਿਗ ਪਹਿਨੀ ਹੋਈ ਹੈ ਜੋਕਰ ਨੇ, ਜਿਸ ਦੇ ਵਿਚਕਾਰ ਬਿਲਕੁਲ ਗੰਜ ਹੈ ਅਤੇ ਜਿਹੜੀ ਸਾਈਡਾਂ ਹੈ ਉੱਥੇ ਸੰਘਣੇ ਵਾਲ ਹੋਣਗੇ। ਠੀਕ ਹੈ, ਤੁਸੀਂ ਦੇਖਿਆ ਹੋਏਗਾ ਜੀ ਜੋਕਰ ਦੀ ਤਸਵੀਰ, ਅਤੇ ਜੋਕਰ ਦੇ ਇਹਨਾਂ ਸਾਈਡਾਂ 'ਤੇ ਬਾਲ ਹੋਣਗੇ ਅਤੇ ਵਿੱਚੋਂ ਦੀ ਬਿਲਕੁਲ ਗੰਜ ਹੋਏਗਾ। ਅਜਿਹੀ ਵਿਗ ਉਹਨਾਂ ਨੇ ਪਾਈ ਹੁੰਦੀ ਹੈ, ਰੰਗ ਬਿਰੰਗੀ ਵਿਗ, ਹੈ ਨਾ। ਅਤੇ ਬੱਚੇ ਦੇ ਦਿਮਾਗ 'ਚ ਹੁਣ ਸਕੀਮਾ ਬਣ ਗਿਆ ਜੋਕਰ ਬਾਰੇ। ਬੱਚਾ ਇਸ ਤੋਂ ਜੋਕਰ ਬਾਰੇ ਆਪਣੀ ਸੰਕਲਪਨਾ ਦਾ ਨਿਰਮਾਣ ਕਰਦਾ ਹੈ ਅਤੇ ਉਸਦੀ ਰੂਪ ਰੇਖਾ ਯਾਨੀ ਕਿ ਸਕੀਮਾ ਆਪਣੇ ਦਿਮਾਗ ਵਿੱਚ ਬਿਠਾ ਲੈਂਦਾ ਹੈ।
ਸਭ ਤੋਂ ਪਹਿਲੇ ਆਉਂਦਾ ਜੀ ਹੁਣ ਅਸਿਮੀਲੇਸ਼ਨ ਮਤਲਬ ਉਹ ਆਪਣੀ ਜਿਹੜੀ ਨੌਲੇਜ ਉਹਨੇ ਜੋਕਰ ਦੀ ਇਕੱਠੀ ਕੀਤੀ ਆ, ਉਹਨੇ ਕਿਤੇ ਨਾ ਕਿਤੇ ਫਿੱਟ ਕਰਨ ਦੀ ਕੋਸ਼ਿਸ਼ ਕਰਨੀ ਆ, ਉਹਨੇ ਜਿੱਥੇ ਵੀ ਉਹਨੂੰ ਇਸ ਤਰ੍ਹਾਂ ਦਾ ਬੰਦਾ ਲੱਭੇਗਾ ਉਹਨੇ ਜੋੜਨਾ ਹੀ ਜੋੜਨਾ ਇਸ ਚੀਜ਼ ਨੂੰ। ਦੇਖੋ ਕਹਿੰਦਾ ਇੱਕ ਦਿਨ ਬੱਚਾ ਬਾਜ਼ਾਰ ਵਿੱਚ ਆਪਣੇ ਪਿਤਾ ਨਾਲ ਜਾ ਰਿਹਾ ਹੁੰਦਾ ਹੈ। ਇਹ ਇੱਕ ਅਜਿਹੇ ਆਦਮੀ ਨੂੰ ਦੇਖਦਾ ਹੈ ਜਿਸ ਦੇ ਸਿਰ ਵਿਚਕਾਰ ਗੰਜ ਹੁੰਦੀ ਹੈ ਅਤੇ ਸਾਈਡ 'ਤੇ ਜਿਹੜੇ ਹੈ ਪਾਸਿਆਂ 'ਤੇ ਸੰਘਣੇ ਵਾਲ ਹਨ। ਬੱਚਾ ਉਸਨੂੰ ਦੇਖ ਕੇ ਜੋਕਰ ਜੋਕਰ ਬੋਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਉੱਥੇ ਇਹਦੇ ਪਿਤਾ ਨੂੰ ਅਤੇ ਉਹਨੂੰ ਕੁੱਟ ਵੀ ਪੈਣੀ ਸੌਰੀ। ਸਭ ਤੋਂ ਪਹਿਲੇ ਬੱਚਾ ਜਿਹੜਾ ਹੈ ਕਿ ਉਹ ਆਪਣੇ ਪਿਤਾ ਨਾਲ ਜਾ ਰਿਹਾ ਸੀ। ਉਹਨੇ ਜਦੋਂ ਸਰਕਸ 'ਚੋਂ ਉਹਦੇ ਦਿਮਾਗ 'ਚ ਸਕੀਮਾਂ ਫਿੱਟ ਸੀ ਕਿ ਜੋਕਰ ਕਿਸ ਤਰ੍ਹਾਂ ਦਾ ਹੁੰਦਾ ਹੈ। ਉਹਨੇ ਇੱਕ ਅਜਿਹਾ ਬੰਦਾ ਬਾਜ਼ਾਰ 'ਚ ਦੇਖਿਆ ਜਿਹਦੇ ਸਿਰ ਦੇ ਵਿਚਕਾਰ ਗੰਜ ਹੈ ਔਰ ਸਾਈਡਾਂ 'ਤੇ ਵਾਲ ਹੈ। ਉਹਨੇ ਉਸਨੂੰ ਵੀ ਜੋਕਰ ਜੋਕਰ ਬੋਲਣਾ ਸ਼ੁਰੂ ਕਰ ਦਿੱਤਾ। ਕਿਉਂ? ਕਿਉਂਕਿ ਉਹ ਸਰਕਸ 'ਚ ਜੋਕਰ ਦਾ ਸਕੀਮਾਂ ਫਿੱਟ ਕਰਕੇ ਆਇਆ ਹੈ ਕਿ ਸਕੀਮਾਂ ਕੀ ਉਹਨੇ ਫਿੱਟ ਕਰ ਰੱਖਿਆ ਆਪਣੇ ਦਿਮਾਗ 'ਚ ਕਿ ਜੋਕਰ ਕਿਸ ਨੂੰ ਬੋਲਿਆ ਜਾਂਦਾ ਜਿਸ ਦੇ ਸਿਰ 'ਚ ਗੰਜ ਹੁੰਦਾ ਹੈ ਅਤੇ ਸਾਈਡਾਂ 'ਤੇ ਕੀ ਹੁੰਦੇ ਆ, ਵਾਲ ਹੁੰਦੇ ਆ। ਹੁਣ ਇੱਥੇ ਉਹਦਾ ਪਿਤਾ ਉਹਨੂੰ ਰੋਕੇਗਾ। ਦੇਖੋ ਫਿਰ ਅਕੋਮੋਡੇਸ਼ਨ ਹੋ ਜਾਏਗੀ, ਹੈ ਨਾ। ਜਦੋਂ ਉਹਦੇ ਪਿਤਾ ਨੇ ਉਹਨੂੰ ਨਾ ਕਹਿਣੀ ਹੈ ਅਤੇ ਸਭ ਤੋਂ ਪਹਿਲੇ ਹੋਣਾ ਉਹਦੇ ਦਿਮਾਗ 'ਚ ਡਿਸਇਕੁਲਿਬ੍ਰੀਅਮ ਕਿ ਇੱਦਾਂ ਕਿਉਂ। ਅਕੋਮੋਡੇਸ਼ਨ ਦੇਖੋ ਹੁਣ ਕਹਿੰਦਾ ਬੱਚੇ ਦਾ ਪਿਤਾ ਉਸ ਨੂੰ ਸਮਝਾਉਂਦਾ ਹੈ ਕਿ ਇਹ ਆਦਮੀ ਜੋਕਰ ਨਹੀਂ ਹੈ। ਦੇਖੋ ਇਸ ਜਗ੍ਹਾ ਤੱਕ ਉਸਨੂੰ ਉਹਦੇ ਦਿਮਾਗ 'ਚ ਆ ਜਾਏਗੀ ਡਿਸਇਕੁਲਿਬ੍ਰੀਅਮ। ਭਾਵੇਂ ਕਿ ਉਹ ਤੇ ਵਾਲ ਸਰਕਸ ਵਾਲੇ ਜੋਕਰ ਵਰਗੇ ਹਨ, ਪਰ ਇਹ ਮਜ਼ਾਕੀਆ ਕੱਪੜੇ ਨਹੀਂ ਪਾਏ ਦੇ ਇਸਨੇ। ਪਰ ਨਾ ਤਾਂ ਇਸਨੇ ਮਜ਼ਾਕੀਆ ਕੱਪੜੇ ਪਾਏ ਨੇ ਅਤੇ ਨਾ ਹੀ ਇਹ ਲੋਕਾਂ ਨੂੰ ਹਸਾਉਣ ਵਾਲੀਆਂ ਹਰਕਤਾਂ ਕਰਦਾ ਹੈ। ਇਸ ਨਵੀਂ ਜਾਣਕਾਰੀ ਨਾਲ ਬੱਚਾ ਆਪਣੇ ਸਕੀਮਾਂ ਅਤੇ ਸੰਕਲਪ ਨੂੰ ਬਦਲਣ 'ਤੇ ਹੋ ਜਾਂਦਾ ਹੈ ਅਤੇ ਨਵੀਂ ਸਮਝ ਦਾ ਨਿਰਮਾਣ ਕਰਦਾ ਹੈ। ਦੇਖੋ ਉਸ ਬੱਚੇ ਨੂੰ ਉਹਦੇ ਪਿਤਾ ਨੇ ਸਮਝਾਇਆ ਕਿ ਇਹ ਜਿਹੜਾ ਹੈ ਜੋਕਰ ਨਹੀਂ ਹੈ। ਕਿਉਂ ਜੋਕਰ ਨਹੀਂ ਹੈ ਇਹ? ਕਿਉਂਕਿ ਇਹ ਨਾ ਤਾਂ ਮਜ਼ਾਕ ਵਾਲੀਆਂ ਗੱਲਾਂ ਕਰਦਾ ਹੈ, ਨਾ ਇਹਦੇ ਵਿਗ ਜਿਹੜੇ ਰੰਗ ਬਿਰੰਗੇ ਬਾਲਾਂ ਵਾਲੇ ਹੈ ਨਾ, ਬਾਲ ਜਿਹੜੇ ਰੰਗ ਬਿਰੰਗੇ ਵੀ ਨਹੀਂ ਹੈ, ਨਾ ਇਹ ਮਜ਼ਾਕੀਆ ਗੱਲਾਂ ਕਰਦਾ, ਨਾ ਹੀ ਇਹਨੇ ਰੰਗ ਬਿਰੰਗੇ ਕੱਪੜੇ ਪਾਏ ਹੋਏ ਨੇ। ਇਸ ਕਰਕੇ ਇਹ ਜੋਕਰ ਨਹੀਂ ਹੈ। ਹੁਣ ਉਹਨੂੰ ਜੋਕਰ ਔਰ ਇੱਕ ਆਮ ਆਦਮੀ ਦਾ ਜਿਹੜਾ ਕਿ ਗੰਜਾ ਹੈ, ਉਹਦੇ ਸਾਈਡ 'ਤੇ ਵਾਲ ਹੈ, ਉਹਦਾ ਫ਼ਰਕ ਪਤਾ ਚੱਲ ਗਿਆ ਹੈ। ਨੈਕਸਟ ਵੀਡੀਓ 'ਚ ਆਪਾਂ ਇਸ ਦੇ ਸਟੇਜਿਸ ਬਾਰੇ ਚੰਗੀ ਤਰ੍ਹਾਂ ਪੜ੍ਹਾਂਗੇ। ਜੇਕਰ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਮੇਰੀ ਮੇਲ 'ਤੇ ਪੁੱਛ ਸਕਦੇ ਹੋ। ਇਸ PDF ਨੂੰ ਮੈਂ ਆਪਣੇ ਚੈਨਲ ਸਟਾਰ ਲਰਨਿੰਗ 'ਤੇ ਅਪਲੋਡ ਕਰ ਦਾਂਗੀ। ਤੁਸੀਂ ਟੈਲੀਗ੍ਰਾਮ ਚੈਨਲ ਤੋਂ PPT ਲੈ ਸਕਦੇ ਹੋ ਅਤੇ ਆਪਣੇ ਨੋਟਸ ਕੰਪਲੀਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ।